ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨੇਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਸੁਨਹੁ ਤਾਤ ਇਹ ਪਾਠ ਅਨੂਪਾ, ਤਜਹੁ ਗ੍ਰਹਿ ਇਹ ਅੰਧ ਜੋ ਕੂਪਾ। ਜੇਹ ਮਹਿ ਅਤਿਸੈ ਦੁਖ ਅਪਾਰਾ, ਹੋਤ ਨਹੀਂ ਕਬਹੂ ਛੁਟਕਾਰਾ। ਸੁਨਹੁ ਤਾਤ ਇਹ ਪਾਠ ਅਨੂਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। ਇਸ ਕਲਯੁਗ ਦੇ ਸਮੇਂ ਵਿੱਚ ਪਰਮੇਸ਼ਵਰ ਦੀ ਪ੍ਰਾਪਤੀ ਤਥਾ ਮਨੁੱਖਾ ਜਨਮ ਦੀ ਸਫਲਤਾ, ਜਾਂ ਇੰਜ ਕਹਿ ਲਈਏ ਕਿ ਜੋ 84 ਲੱਖ ਜੂਨਾਂ ਦੇ ਵਿੱਚ ਸਾਡੀ ਰੂਹ ਨੂੰ ਬਾਰ-ਬਾਰ ਸਰੀਰ ਮਿਲਦੇ ਨੇ, ਜਨਮ ਤੇ ਮਰਨ ਦੇ ਦੁੱਖ ਸਹਾਰਨੇ ਪੈਂਦੇ ਹਨ। ਇਹਨਾਂ ਤੋਂ ਛੁਟਕਾਰਾ ਕਲਯੁਗ ਦੇ ਸਮੇਂ ਵਿੱਚ ਕਿੱਦਾਂ ਹੋ ਸਕਦਾ? ਪਰਮੇਸ਼ਵਰ ਦੀ ਭਗਤੀ ਦਾ, ਨਾਮ ਦੇ ਸਿਮਰਨ ਦਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਤਨਾਮ ਪੜ੍ਹ ਮੰਤਰ ਸੁਣਾਇਆ। ਪਰ ਮੇਰੇ ਸਤਿਗੁਰੂ ਜੀ ਨੇ ਇੱਥੋਂ ਤੱਕ ਬਖਸ਼ਿਸ਼ ਕੀਤੀ ਗਰੀਬ ਨਵਾਜ ਨੇ, ਜਿੱਥੇ ਇਸ ਧਰਤੀ ਤੇ ਸਮੁੰਦਰਾਂ ਦੇ ਟਾਪੂਆਂ ਤੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਪਹਾੜਾਂ ਤੇ ਬੈਠੇ ਤਪਸਵੀ ਲੋਕਾਂ ਨੂੰ ਵੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਆਮ ਲੋਕਾਂ ਦੇ ਵਿੱਚ ਮਹਾਰਾਜ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਟਾਪੂਆਂ ਦੇ ਵਿੱਚ, ਪਹਾੜਾਂ ਤੇ, ਅਸਾਮ ਆਦਿਕ ਦੇ ਇਲਾਕੇ ਆਦਿਕ ਦੇ ਵਿੱਚ ਮੇਰੇ ਸਤਿਗੁਰੂ ਨੇ ਵਿਚਰ ਕਰਕੇ ਗੁਰਸਿੱਖੀ ਦੀ ਦਾਤ ਬਖਸ਼ੀ, ਪਰਮੇਸ਼ਵਰ ਦੀ ਭਗਤੀ ਦ੍ਰਿੜਾਈ ਹੈ। ਫਿਰ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜੋ ਸਿੱਧ ਲੋਕ ਨੇ
ਰਿੱਧੀਆਂ ਸਿੱਧੀਆਂ ਸ਼ਕਤੀਆਂ ਨੂੰ ਪ੍ਰਾਪਤ ਕਰਕੇ ਜਾ ਕਰਕੇ ਦੁਨੀਆ ਤੋਂ ਇਕਾਂਤ ਹੋ ਕੇ ਪਹਾੜਾਂ ਤੇ ਚੜ੍ਹ ਬੈਠੇ ਸਨ, ਉਹਨਾਂ ਨੂੰ ਵੀ ਮਹਾਰਾਜ ਨੇ ਜਾ ਕਰਕੇ ਬਖਸ਼ਿਸ਼ਾਂ ਕੀਤੀਆਂ। ਫਿਰ ਹਜ਼ੂਰ ਜੀ ਨੇ ਭਗਤੀ ਦਾ ਪ੍ਰਗਟਾਵਾ ਕਰਨ ਲਈ ਜਿਹੜੇ ਭਗਤ ਲੋਕ ਵਾਹਿਗੁਰੂ ਪਰਮੇਸ਼ਵਰ ਦੇ ਸੱਚਖੰਡ ਹਜ਼ੂਰ ਨੇੜੇ ਬੈਠੇ ਨੇ, ਉਹਨਾਂ ਦੇ ਕੋਲ ਮਹਾਰਾਜ ਦੱਤਾਤਰੇय ਜਿਹੜਾ ਹੈ, ਜਿਹਨੇ ਸੰਨਿਆਸੀ ਧਰਮ ਤੋਰਿਆ, ਉਸ ਦਾ ਜ਼ਿਕਰ ਆਇਆ, ਕਾਗ ਪਸੁੰਡ ਦਾ ਜ਼ਿਕਰ ਆਇਆ ਹੈ। ਹੁਣ ਪ੍ਰਹਲਾਦ ਦੀ ਕਥਾ ਚੱਲ ਰਹੀ ਹੈ। ਭਗਤ ਪ੍ਰਹਲਾਦ ਜੋ ਹੈ ਉਸ ਦਾ ਜ਼ਿਕਰ ਆ ਰਿਹਾ ਕਿ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਪਹੁੰਚੇ ਹਨ ਔਰ ਪ੍ਰਹਲਾਦ ਦੇ ਨਾਲ ਬਚਨ ਹੋ ਰਹੇ ਨੇ। ਤੇ ਭਗਤ ਪ੍ਰਹਲਾਦ ਜੀ ਨੂੰ ਪੁੱਛਿਆ ਜਿਸ ਤਰ੍ਹਾਂ ਦੇ ਨਾਲ ਕਿ ਤੇਰੀ ਰੱਖਿਆ ਰੱਬ ਨੇ ਕਿਵੇਂ ਕੀਤੀ, ਤੇਰੇ ਤੇ ਕੀ ਕਸ਼ਟ ਆਇਆ ਸੀ, ਉਸ ਦਾ ਜ਼ਿਕਰ ਚੱਲ ਰਿਹਾ ਹੈ। ਉਸ ਨੇ ਦੱਸਿਆ ਹੈ ਕਿ ਹਰਨਾਕਸ਼ ਜੋ ਪ੍ਰਹਲਾਦ ਦਾ ਪਿਤਾ, ਇਹ ਦੈਂਤ ਕਹਾਏ ਨੇ। ਇਸ ਪ੍ਰਕਾਰ ਸੋ ਕਹਿੰਦੇ ਵਿਸ਼ਨੂੰ ਮਹਾਰਾਜ ਨੇ ਇਸ ਹਰਨਾਕਸ਼ ਦੇ ਭਰਾ ਦਾ ਵਿਨਾਸ਼ ਕੀਤਾ ਸੀ, ਕਿਉਂਕਿ ਉਸ ਨੇ ਰੱਬ ਦੀ ਕੁਦਰਤ ਦੇ ਵਿੱਚ ਫਰਕ ਪਾਇਆ ਸੀ। ਇਸ ਵਾਸਤੇ ਤੇ ਹਰਨਾਕਸ਼ ਨੂੰ ਪਤਾ ਲੱਗਣ ਤੇ ਉਸ ਨੇ ਵੈਰ ਰੱਖ ਲਿਆ ਕਿ ਮੈਂ ਵਿਸ਼ਨੂੰ ਦੇ ਨਾਲ ਵੈਰ ਲੈਣਾ, ਇਹਨੂੰ ਖਤਮ ਕਰੂੰਗਾ। ਪਰਮੇਸ਼ਵਰ ਨੇ ਕਿਰਪਾ ਕੀਤੀ, ਹਰਨਾਕਸ਼ ਨੇ ਭਾਰੀ ਤਪੱਸਿਆ ਸਾਧੀ ਹੈ, ਬ੍ਰਹਮਾ ਜੀ ਨੂੰ ਪ੍ਰਗਟ ਕਰਕੇ ਉਹਨਾਂ ਤੋਂ ਵਰ ਲੈ ਲਏ ਨੇ। ਹੁਣ ਇਸ ਨੂੰ ਇਹ ਮਾਣ ਹੋ ਗਿਆ ਕਿ ਮੈਂ ਅਮਰ ਹੋ ਗਿਆ ਹਾਂ, ਹੁਣ ਇਸ ਵਾਸਤੇ ਮੇਰੇ ਅੱਗੇ ਹੋਰ ਕੋਈ, ਮੈਂ ਹੀ ਰੱਬ ਬਣ ਗਿਆ। ਇਸ ਤਰ੍ਹਾਂ ਦੇ ਨਾਲ ਇਹਨੂੰ ਹੰਕਾਰ ਹੋਇਆ। ਪਰਮੇਸ਼ਵਰ ਨੇ ਕਿਰਪਾ ਕੀਤੀ, ਇਸ ਦੇ ਘਰ ਦੇ ਵਿੱਚ ਸੋ 4 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਵਿੱਚ ਛੋਟਾ ਜਿਹੜਾ ਸੀ ਇਹ ਪ੍ਰਹਲਾਦ ਸੀ। ਪ੍ਰਹਲਾਦ ਨੇ ਸੋ ਇਸ ਨੂੰ ਕੁਦਰਤੀ ਤੌਰ ਤੇ ਮਾਲਕ ਵਾਹਿਗੁਰੂ ਦੀ ਬਖਸ਼ਿਸ਼ ਸੀ। ਇਹ ਪਰਮੇਸ਼ਵਰ ਦੀ ਭਗਤੀ ਕਰਦਾ ਸੀ ਬਚਪਨ ਤੋਂ। ਸ਼ੁਕਰ ਪ੍ਰੋਤ ਦਾ ਜਿਹੜਾ ਬ੍ਰਾਹਮਣ ਸੀ ਸ਼ੁਕਰ, ਇਹ ਦੇਖਿਆ ਗਿਆ ਪੁਰਾਤਨ ਸਮੇਂ ਦੇ ਵਿੱਚ, ਇਤਿਹਾਸ ਨੂੰ ਪੜ੍ਹੀਏ, ਇਹ ਬ੍ਰਾਹਮਣ ਲੋਕ ਜਿਹੜੇ ਸੀ ਵਿਦਵਾਨ ਸਨ, ਰਾਜੇ ਮਹਾਰਾਜੇ ਲੋਕ, ਇਹਨਾਂ ਨੇ ਗੁਰੂਕੁਲ ਬਣਾਏ ਹੋਏ ਸਨ। ਜਿੱਦਾਂ ਅੱਜ ਕੱਲ੍ਹ ਸਕੂਲ ਨੇ ਉਦੋਂ ਗੁਰੂਕੁਲ ਕਹਿੰਦੇ ਸੀ। ਇਹ ਵਿਦਿਆ ਪੜ੍ਹਾਇਆ ਕਰਦੇ ਤੇ ਰਾਜੇ ਮਹਾਰਾਜੇ ਲੋਕ ਇਹਨਾਂ ਕੋਲ ਬੱਚਿਆਂ ਨੂੰ, ਆਪਣੇ ਰਾਜਕੁਮਾਰਾਂ ਨੂੰ ਰਾਜਨੀਤੀ ਪੜ੍ਹਨ ਵਾਸਤੇ ਭੇਜਿਆ ਕਰਦੇ। ਇਸ ਤਰ੍ਹਾਂ ਦੇ ਨਾਲ ਹਰਨਾਕਸ਼ ਨੇ ਸ਼ੁਕਰ ਪ੍ਰੋਤ ਜਿਹੜਾ ਬ੍ਰਾਹਮਣ ਸੀ, ਉਸ ਦੇ ਸੰਡਾ ਤੇ ਮਰਕਾ 2 ਪੁੱਤਰ ਜਿਹੜੇ ਸਨ, ਉਹਨਾਂ ਦੇ ਕੋਲ ਪੜ੍ਹਨੇ ਪਾਇਆ ਹੈ। ਪ੍ਰਹਲਾਦ ਪਠਾਇਆ ਪੜ੍ਹਨ ਸਾਲ, ਪੜ੍ਹਾਉਣ ਵਾਸਤੇ ਇਹਨਾਂ ਦੇ ਕੋਲ ਭੇਜਿਆ ਹੈ। ਕੁਝ ਸਮੇਂ ਤੋਂ ਬਾਅਦ ਤਾਂ ਪਿਤਾ ਬੜਾ ਖੁਸ਼ ਹੋਇਆ, ਇੱਕ ਦਿਨ ਤੇ ਪੁੱਛਣ ਲੱਗਾ ਕਿ ਬੇਟਾ ਕੀ ਪੜ੍ਹਿਆ, ਮੈਨੂੰ ਦੱਸ ਤੂੰ ਕੀ ਪੜ੍ਹ ਕੇ ਆਇਆ। ਹੁਣ ਉਸ ਬਾਲਕ ਨੇ ਜਿਸ ਤਰੀਕੇ ਨਾਲ ਦੱਸ ਰਿਹਾ ਹੈ ਬਾਲਕ ਰੂਪ ਵਿੱਚ ਪ੍ਰਹਲਾਦ, ਕਿ ਹਰਨਾਕਸ਼ ਪਿਤਾ ਨੂੰ ਕੀ ਪੜ੍ਹਾਈ ਸੁਣਾਈ ਆ ਤੇ ਉਹਨੇ ਕੀ ਉਸ ਦਾ ਜਿਹੜਾ ਹੈ ਸੋ ਅਸਰ ਕਬੂਲਿਆ, ਉਸ ਦਾ ਜ਼ਿਕਰ ਆ ਰਿਹਾ ਹੈ। ਸੋ ਪ੍ਰਹਲਾਦ ਜਿਹੜਾ ਹੈ ਉਹ ਦੱਸ ਰਿਹਾ ਹਰਨਾਕਸ਼ ਨੂੰ ਕਿ ਕੀ ਪੜ੍ਹਾਈ ਪੜ੍ਹੀ ਹੈ। ਆਓ ਪਿਆਰ ਪੂਰਵਕ, ਪਰਮੇਸ਼ਵਰ ਦਾ ਭਗਤ ਹੈ, ਸਤਿਗੁਰਾਂ ਨੇ ਬਾਣੀ ਵਿੱਚ ਉਸ ਨੂੰ ਭਗਤ ਕਿਹਾ ਹੈ। ਉਹ ਆਪਣਾ ਭਗਤੀ ਮਾਰਗ ਜਿਸ ਤਰੀਕੇ ਨਾਲ ਉਸਨੇ ਗ੍ਰਹਿਣ ਕਰਕੇ ਐਸੀ ਪਵਿੱਤਰ ਪਦਵੀ ਪ੍ਰਾਪਤ ਕੀਤੀ ਹੈ, ਉਸ ਪਰਮੇਸ਼ਵਰ ਦੇ ਪਿਆਰੇ ਦੀ ਭਗਤੀ ਦਾ ਪ੍ਰਸੰਗ ਜਿਹੜਾ ਆਓ ਸਰਵਣ ਕਰੀਏ। ਗੁਰੂ ਚਰਨਾਂ 'ਚ ਮਨ ਜੋੜਦੇ ਹੋ ਮੁਖ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਨਹੁ ਤਾਤ ਇਹ ਪਾਠ ਅਨੂਪਾ। ਜਿਸ ਵੇਲੇ ਹਰਨਾਕਸ਼ ਪਿਤਾ ਨੇ ਪ੍ਰਹਲਾਦ ਨੂੰ ਪੁੱਛਿਆ ਕੀ ਪਾਠ ਪੜ੍ਹਿਆ, ਤੇ ਹੁਣ ਪ੍ਰਹਲਾਦ ਬਚਪਨ ਹੈ, 5 ਸਾਲ ਦੀ ਉਮਰ ਗੁਰੂ ਸਾਹਿਬ ਦੀ ਬਾਣੀ ਵਿੱਚ ਕਬੂਲ ਕੀਤੀ ਹੈ। 5 ਬਰਖ ਕੋ ਅਨਾਥ ਧਰੂ ਬਾਲਕ, ਤਥਾ ਜਿਹੜੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜਾਤ। ਇਹ 5 ਸਾਲ ਦੀ ਅਵਸਥਾ ਵਿੱਚ ਭਗਤ ਧਰੂ ਤੇ ਪ੍ਰਹਲਾਦ ਹੋਏ ਹਨ। ਤੋ ਜਿਸ ਵੇਲੇ ਤੋਂ ਪੁੱਛਿਆ ਵੀ ਤੂੰ ਕੀ ਪਾਠ ਪੜ੍ਹਿਆ ਹੈ, ਤਾਂ ਕਹਿਣ ਲੱਗਾ ਪਿਤਾ ਜੀ ਸੁਣੋ, ਇਹ ਪਾਠ ਬੜਾ ਉਪਮਾ ਤੋਂ ਰਹਿਤ ਹੈ, ਬੜਾ ਅਨੋਖਾ ਪਾਠ ਹੈ ਇਹ। ਤਜਹੁ ਗ੍ਰਹਿ ਇਹ ਅੰਧ ਜੋ ਕੂਪਾ। ਇਸ ਘਰ ਨੂੰ ਛੱਡੋ, ਇਹ ਤੇ ਅੰਨਾ ਖੂਹ ਹੈ, ਘਰ ਦਾ ਤਿਆਗ ਕਰੋ। ਜਿਹ ਮੈਂ ਅਤ ਸੈ ਦੁਖ ਅਪਾਰਾ। ਇਹਦੇ ਵਿੱਚ ਤੇ ਬਹੁਤੇ ਹੀ ਪਾਰਾਵਾਰ ਤੋਂ ਰਹਿਤ ਦੁੱਖ ਹੀ ਦੁੱਖ ਹਨ। ਹੋਤ ਨਹੀਂ ਕਬਹੂ ਛੁਟਕਾਰਾ। ਜਿਹੜਾ ਪ੍ਰਾਣੀ ਇਹਦੇ ਵਿੱਚ ਪਿਆ ਹੋਇਆ ਉਹਦਾ ਕਦੇ ਛੁਟਕਾਰਾ ਨਹੀਂ ਹੁੰਦਾ ਹੈ। ਤੇ ਤਜ ਕਾਨਨ ਮਹਿ ਚਲ ਬੈਸੀਐ। ਇਉਂ ਕਰੋ, ਤੁਸੀਂ ਇਹ ਘਰ ਨੂੰ ਛੱਡੋ, ਕਿਸੇ ਜੰਗਲਾਂ ਦੀ ਇਕਾਂਤ ਵਿੱਚ ਬੈਠੋ। ਸੇਵ ਬਿਸ਼ਨ ਪਦ ਕੇ ਰਸ ਰਸੀਏ। ਤੇ ਉੱਥੇ ਜਾ ਕੇ ਵਿਸ਼ਨੂੰ ਭਗਵਾਨ ਮਹਾਰਾਜ ਦੇ ਚਰਨਾਂ ਦੀ ਸੇਵਾ ਵਿੱਚ ਪ੍ਰੇਮੀ ਬਣ ਕਰਕੇ ਭਗਤੀ ਕਰੋ। ਭਗਤੀ ਤੇ ਇਹਨੇ ਬਹੁਤ ਕੀਤੀ ਹੈ।
ਇਸ ਨੇ ਬ੍ਰਹਮਾ ਜੀ ਦੀ ਆਰਾਧਨਾ ਕਰਕੇ ਉਹਨਾਂ ਤੋਂ ਵਰ ਪ੍ਰਾਪਤ ਕੀਤੇ ਨੇ, ਬੜਾ ਭਾਰੀ ਤਪ ਕੀਤਾ ਹੈ। ਹੁਣ ਵਾਹਿਗੁਰੂ ਪਰਮੇਸ਼ਵਰ ਜਿਹੜਾ ਹੈ ਨਾ, ਉਹ ਖੇਲ ਹੀ ਐਸਾ ਬਣਾਉਂਦਾ ਹੈ। ਉਸ ਨੇ ਹੁਣ ਪਰਮੇਸ਼ਵਰ ਨੇ ਆਪਣਾ ਭਗਤ ਭੇਜ ਦਿੱਤਾ ਇਹਦੇ ਘਰ ਦੇ ਵਿੱਚ। ਹੁਣ ਇਹਨੂੰ ਹੁਣ ਪਹਿਲੇ ਦਿਨ ਇਸ ਗੱਲ ਦਾ ਅਹਿਸਾਸ ਹੋਣ ਲੱਗਾ ਕਿ ਮੈਂ ਜਿਹੜੀ ਭਗਤੀ ਜਾਂ ਤਪ ਕੀਤਾ ਹੈ ਉਹ ਜਿਹੜਾ ਹੈ ਪਰਮੇਸ਼ਵਰ ਦੀ ਪ੍ਰਾਪਤੀ ਦਾ ਨਹੀਂ ਹੈ। ਇਸ ਲਈ ਸੋ ਬਾਲਕ ਕਹਿ ਰਿਹਾ ਹੈ ਕਿ ਘਰ ਦਾ ਤਿਆਗ ਕਰੋ, ਅੰਧਾ ਖੂਹ ਹੈ ਸੰਸਾਰ, ਇਕਾਂਤ ਹੋ ਕਰਕੇ ਪਰਮੇਸ਼ਵਰ ਦੀ ਭਗਤੀ ਵਿੱਚ ਲੱਗੋ। ਨਾਮ ਸਿਮਰ ਅਗਿਆਨ ਮਿਟਾਵੋ। ਵਿਸ਼ਨੂੰ ਮਹਾਰਾਜ ਨੂੰ ਯਾਦ ਕਰੋ, ਉਹਨਾਂ ਦਾ ਨਾਮ ਸਿਮਰ ਕੇ ਆਪਣੇ ਅਗਿਆਨ ਦਾ ਅੰਧਕਾਰ ਹਿਰਦੇ ਦਾ ਦੂਰ ਕਰੋ। ਭਗਤ ਕਰੋ ਉਤਮ ਪਦ ਪਾਵੋ। ਇਸ ਤਰ੍ਹਾਂ ਦੇ ਨਾਲ ਭਗਤੀ ਕਰਕੇ ਉੱਤਮ ਪਦਵੀ ਨੂੰ ਪ੍ਰਾਪਤ ਕਰੋ ਤੁਸੀਂ। ਸੁਨੇ ਸ਼ਰਵਨ ਮਹਿ ਜਬ ਅਸਬਾਨੀ। ਜਦੋਂ ਵਿਸ਼ਨੂੰ ਮਹਾਰਾਜ ਦਾ ਨਾਮ ਸੁਣਿਆ ਹਰਨਾਕਸ਼ ਨੇ ਆਪਣੇ ਕੰਨਾਂ ਵਿੱਚ, ਬਿਸਮਤ ਹਸਿਓ ਤਬਹਿ ਅਗਿਆਨੀ। ਅਗਿਆਨੀ ਸੀ, ਹੈਰਾਨ ਹੋ ਕਰਕੇ ਹੱਸਿਆ। ਪਰ ਦੇਖੋ ਇਹ ਕਥਾ ਬੜੀ ਅਨੂਪ ਹੈ। ਇੱਕ ਪਾਸੇ ਤੇ ਕਿਤਨਾ ਲੰਬਾ ਸਮਾਂ ਤਪ ਸਾਧਿਆ, ਸਰੀਰ ਹੱਡੀਆਂ ਦੀ ਮੁੱਠ ਰਹਿ ਗਿਆ, ਦੱਬ ਵਿੱਚੋਂ ਦੀ ਨਿਕਲ ਗਈ, ਸਰੀਰ ਵਰਮੀ ਸਰੀਰ ਤੇ ਬਣ ਗਈ। ਹੈ ਤਾਂ ਭਗਤੀ ਹੈ, ਮਹਾਨ ਤਪ ਕੀਤਾ, ਬੜਾ ਸਿਮਰਨ ਕੀਤਾ ਹੈ। ਪਰ ਹੁਣ ਜਿਹੜੀ ਰੱਬ ਦੀ ਭਗਤੀ ਵਾਲੀ ਗੱਲ ਹੈ, ਹੁਣ ਪ੍ਰਹਲਾਦ ਕਹਿੰਦਾ ਹਿਰਦੇ ਦਾ ਅਗਿਆਨ ਦੂਰ ਕਰ। ਇਹਦਾ ਮਤਲਬ ਕੋਈ ਸਮਝਣ ਵਾਲੀ ਗੱਲ ਹੈ ਕਿ ਤਪੱਸਿਆ ਵੀ ਕਰਨੀ, ਇਤਨਾ ਭਾਰੀ ਕਠਨ ਤਪ ਕਰਕੇ ਸਾਧ ਕਰਕੇ ਫਿਰ ਅਗਿਆਨੀ ਦਾ ਅਗਿਆਨੀ। ਕਹਿੰਦੇ ਵਿਸ਼ਨੂੰ ਮਹਾਰਾਜ ਦੀ ਪ੍ਰੇਮ ਨਾਲ ਭਗਤੀ ਕਰੋ ਅਤੇ ਹਿਰਦੇ ਦਾ ਅਗਿਆਨ ਦੂਰ ਕਰੋ। ਕਹਿ ਸੰਡੇ ਸੋ ਬਚ ਅਸਰੀਤਾ। ਤੋ ਇਹ ਜਿਹੜਾ ਸੰਡਾ ਸੀ ਉਸਤਾਦ, ਉਸ ਦੇ ਤਾਈਂ ਇਉਂ ਕਿਹਾ ਹੈ, ਇਸ ਬਾਲਕ ਕੀ ਮਤ ਵਿਪਰੀਤਾ। ਕਹਿਣ ਲੱਗਾ ਇਹ ਮੇਰਾ ਬਾਲਕ ਜਿਹੜਾ ਬੱਚਾ ਹੈ ਨਾ, ਇਸ ਦੀ ਤਾਂ ਮਤ ਹੀ ਉਲਟ ਹੋ ਗਈ, ਇਹ ਤਾਂ ਹੋਰ ਹੀ ਪੱਟੀ ਪੜ ਰਿਹਾ ਹੈ। ਔਗਣ ਖਾਨ ਕਹਿਤ ਮੁਖ ਬਾਣੀ। ਇਹ ਤਾਂ ਬੜੀ ਔਗਣਾ ਵਾਲੀ ਮੁਖ ਤੋਂ ਬਾਣੀ ਕਹਿੰਦਾ ਹੈ। ਕਿਸ ਨੇ ਇਸ ਕੋ ਐਸ ਸਿਖਾਨੀ। ਭਾਈ ਤੁਹਾਨੂੰ ਕਿਹਾ ਸੀ ਬੱਚੇ ਨੂੰ ਕੋਈ ਨੀਤੀ ਪੜਾਓ, ਰਾਜ ਭਾਗ ਦੀ ਗੱਲ, ਇਹ ਕਿਹੜੀ ਸਿਖਾਤੀ ਇਹਨਾਂ ਨੂੰ ਤੁਸੀਂ ਗੱਲ। ਕਹਿ ਰਖ ਕੋ ਨਾ ਕਰਨ ਦੇਹੁ ਸੰਗਾ। ਦੇਖੋ ਕਿਸੇ ਦਾ ਵੀ ਇਹਨੂੰ ਸੰਗ ਨਹੀਂ ਕਰਨ ਦੇਣਾ, ਕਿਸੇ ਦੇ ਨਾਲ ਨਹੀਂ ਬਹਿ ਰਿਖੀ ਦਾ, ਕਿਸੇ ਰਿਸ਼ੀ ਮੁਨੀ ਤਪਸਵੀ ਦਾ ਇਹਨੂੰ ਸੰਗ ਨਹੀਂ ਕਰਨ ਦੇਣਾ। ਨਿਜ ਗ੍ਰਹਿ ਰਾਖ ਪੜਾਓ ਨਸੰਗਾ। ਇਸ ਨੂੰ ਇਕੱਲੇ ਨੂੰ ਆਪਣੇ ਘਰ 'ਚ ਰੱਖ ਕਰਕੇ ਜਿਹੜੀ ਮੈਂ ਪੜ੍ਹਾਈ ਕਹੀ ਉਹ ਪੜਾਓ ਇਹਨੂੰ। ਸੁਣ ਕਰ ਤਬ ਲੈ ਕੇ ਘਰ ਆਏ। ਤੋ ਇਹ ਸੰਡਾ ਤੇ ਮਰਕਾ ਸੀ, ਸੋ ਲੈ ਕਰਕੇ ਆਪਣੇ ਘਰ ਵਿੱਚ ਆ ਗਏ ਹਨ। ਥਾਨ ਇਕੰਤ ਵਿਖੇ ਬਿਠਾਏ। ਇਕਾਂਤ ਵਿੱਚ ਬਿਠਾ ਲਿਆ ਹੈ। ਬੂਝਣ ਲੱਗੇ ਤਬ ਇਹ ਰੀਤੀ। ਇਹ ਇਸ ਤਰੀਕੇ ਨਾਲ ਪੁੱਛਣ ਲੱਗੇ, ਕਹਿੰਦੇ ਹਨ ਕਿਨ ਸਿਖਲਾਈ ਮਤ ਵਿਪਰੀਤੀ। ਭਾਈ ਸਾਡੀ ਸਿੱਖਿਆ ਦੇ ਉਲਟ ਇਹ ਤੈਨੂੰ ਉਲਟੀ ਰੀਤੀ ਕਿਹਨੇ ਪੜ੍ਹਾ ਦਿੱਤੀ ਹੈ, ਜਿਹੜੇ ਤੂੰ ਵਿਸ਼ਨੂੰ ਦੀ ਗੱਲ ਕਰਦਾ ਹੈ। ਕਿਦੋਂ ਹਿਰਦੇ ਤੇ ਕੁਮਤ ਉਠਾਈ। ਜਾਂ ਤੂੰ ਆਪਣੇ ਮਨ ਵਿੱਚੋਂ ਇੱਕ ਖੋਟੀ ਮਤ ਕਹਿ ਰਹੇ ਨੇ ਕਿ ਤੂੰ ਉਠਾਈ ਹੈ ਰੱਬ ਦੀ ਭਗਤੀ ਕਰਨ ਵਾਲੀ। ਬਹੁਰ ਨ ਅਸਬਿਦ ਕਹੋ ਬਨਾਈ। ਦੇਖ ਕਦੇ ਵੀ ਫਿਰ ਏਦਾਂ ਦੀ ਬਣਾ ਕੇ ਗੱਲ ਤੂੰ ਨਹੀਂ ਕਹਿਣੀ ਜਿਹੜੀ ਹੁਣ ਕਹਿ ਦਿੱਤੀ ਹੈ। ਸੁਣ ਕਰ ਮੈਂ ਹੱਸ ਬਚਨ ਬਖਾਨਾ। ਤੇ ਪ੍ਰਹਲਾਦ ਕਹਿੰਦਾ ਫਿਰ ਮੈਂ ਸੁਣ ਕੇ ਨਾ ਇਹਨਾਂ ਸੋ ਉਸਤਾਦਾਂ ਦੀ ਗੱਲ ਨੂੰ ਸੁਣ ਕਰਕੇ ਹੱਸਿਆ, ਖੁਸ਼ ਹੋਇਆ। ਤੁਮ ਕੋ ਭਾਸਤ ਆਪਨ ਬਿਗਾਨਾ। ਕਹਿਣ ਲੱਗਾ ਦੇਖੋ ਤੁਹਾਡੀ ਦ੍ਰਿਸ਼ਟੀ ਦੇ ਵਿੱਚ ਸਮਝ ਵਿੱਚ ਆਪਣਾ ਤੇ ਬੇਗਾਨੇ ਦੀ ਸਮਝ ਆਉਂਦੀ ਹੈ, ਫਲਾਨਾ ਆਪਣਾ ਤੇ ਦੂਸਰਾ ਕੋਈ ਬੇਗਾਨਾ ਦੁਸ਼ਮਣ ਹੈ। ਮੋਕੋ ਪਰਪਨ ਅਪਰ ਨ ਕਾਹੀ। ਪਰ ਮੈਨੂੰ ਆਪਣਾ ਤਾਂ ਪਰਾਏ ਵਿੱਚ ਕੋਈ ਫਰਕ ਨਹੀਂ, ਮੇਰੇ ਵਾਸਤੇ ਸਭ ਕੋ ਮੀਤ ਹਮ ਆਪਨ ਕੀਨਾ, ਸਭ ਮੇਰੇ ਆਪਣੇ ਹਨ। ਪੂਰਨ ਏਕ ਆਤਮਾ ਆਹੀ। ਕਿਉਂਕਿ ਮੈਨੂੰ ਦਿਸਦਾ ਹੈ ਕਿ ਸਾਰਿਆਂ ਵਿੱਚ ਇੱਕ ਹੀ ਆਤਮਾ, ਇੱਕੋ ਹੀ ਸਾਡੇ ਸਾਰਿਆਂ ਦੇ ਵਿੱਚ ਜਿਹੜੀ ਹੈ ਪੂਰਨ ਹੋ ਰਹੀ, ਵਿਆਪਕ ਹੋ ਰਹੀ ਹੈ। ਸਦਾ ਪ੍ਰਣਾਮ ਕਰੂੰ ਮੈਂ ਤਾਸੂ। ਇਸ ਵਾਸਤੇ ਮੈਂ ਤਾਂ ਸਦਾ ਸੀ, ਸੋ ਉਸ ਆਤਮਾ ਨੂੰ ਦੇਖ ਕੇ ਸਭ ਨੂੰ ਪ੍ਰਣਾਮ ਕਰਦਾ, ਨਮਸਕਾਰ ਕਰਦਾ ਹਾਂ। ਜਿਹ ਕੀ ਮਾਇਆ ਕੇਰ ਬਿਲਾਸੂ। ਜਿਸ ਦੀ ਇਹ ਮਾਇਆ ਹੈ, ਜਿਹੜਾ ਇਹ ਘਾਟਾਂ ਘਾਟਾਂ ਵਿੱਚ ਆਤਮ ਰੂਪ ਹੋ ਕੇ, ਮੈਂ ਕਹਿੰਦਾ ਵੀ ਉਹਦੀ ਮਾਇਆ ਹੈ ਸਭ, ਉਸ ਵਾਹਿਗੁਰੂ ਦੀ ਖੇਲ ਹੈ। ਮੈਂ ਤਾਂ ਸਦਾ ਹੀ ਉਸ ਵਾਹਿਗੁਰੂ ਨੂੰ, ਵਿਸ਼ਨੂੰ ਮਹਾਰਾਜ ਨੂੰ ਪ੍ਰਣਾਮ ਕਰਦਾ, ਨਮਸਕਾਰ ਕਰਦਾ ਹਾਂ। ਮੋਹੇ ਸਰਬ ਚਰਾਚਰ ਜਾਹੀ। ਤਾਂ ਮੈਨੂੰ ਤਾਂ ਕਹਿੰਦੇ ਨੇ ਜਿੱਥੋਂ ਤੱਕ ਕੋਈ ਜੜ ਨੇ ਤੇ ਭਾਵੇਂ ਕੋਈ ਚੇਤਨ ਨੇ, ਚੇਤਨ ਚਲਦੀਆਂ ਫਿਰਦੀਆਂ ਜੂਨਾਂ, ਜੜ ਜੂਨਾਂ, ਪੱਥਰ, ਦਰਖਤ, ਪਹਾੜ ਆਦਿ ਇੱਕ ਥਾਂ ਟਿਕੀਆਂ ਰਹਿਣ ਵਾਲੀਆਂ ਜੋ ਸਭ ਹਨ। ਆਪਨ ਬਿਗਾਨ ਲਿਖਾਵਾ ਤਾਹੀ। ਤਾਂ ਮੈਨੂੰ ਕਹਿੰਦੇ ਉਹਨਾਂ ਵਿੱਚ
ਸੋ ਸਾਰਿਆਂ ਦੇ ਵਿੱਚ ਆਪਣਾ ਆਪ ਹੀ ਮੈਨੂੰ ਦਿਸਿਆ ਹੈ। ਮੈਂ ਤੇ ਸਭਨਾਂ ਵਿੱਚ, ਸੋ ਜਿਹਨੂੰ ਤੁਸੀਂ ਬਗਾਨਾ ਜਾਣਦੇ ਹੋ, ਮੈਂ ਸਾਰਿਆਂ ਵਿੱਚ ਹੀ ਆਪਣਾ ਰੂਪ ਦੇਖਿਆ ਹੈ। ਭੇਦ ਅਪਰਪਰ ਹੈ ਉਰ ਤੋਰੇ। ਤੁਹਾਡੇ ਮਨ ਦੇ ਵਿੱਚ ਭਾਈ ਇਹਨਾਂ ਦਾ ਆਪਣੇ ਪਰਾਏ ਦਾ ਭੇਦ ਹੈ। ਭੇਦ ਬੁੱਧ ਕਛ ਨਾਹੇ ਹਿਐ ਮੋਰੇ। ਮੇਰੇ ਹਿਰਦੇ 'ਚ ਇਹੋ ਜਿਹੀ ਭੇਦ ਬੁੱਧੀ ਨਹੀਂ ਹੈ ਜੋ ਫਰਕ ਸਮਝੇ ਕਿਸੇ ਵਿੱਚ। ਸ੍ਰੀ ਕਰਤਾਰ ਕਰੇ ਜਬ ਕਰਨਾ। ਜਦੋਂ ਕਰਤਾਰ ਵਾਹਿਗੁਰੂ ਪਰਮੇਸ਼ਵਰ ਜੀ ਕਿਰਪਾ ਕਰਦੇ ਹਨ, ਤਬ ਜਹ ਭੇਦ ਹੋਏ ਉਰ ਹਰਨਾ। ਤਾਂ ਕਹਿੰਦੇ ਹਾਂ ਜਿਹੜਾ ਤੁਹਾਡੀ ਭੇਦ ਬੁੱਧੀ ਹੈ ਨਾ, ਜਦੋਂ ਰੱਬ ਦੀ ਕਿਰਪਾ ਹੋਏ ਤਦੋਂ ਇਹ ਦੂਰ ਹੁੰਦਾ ਹੈ ਭੇਦ ਭਾਵ। ਤਾਂ ਇੱਕ ਵਾਹਿਗੁਰੂ ਪਰਮੇਸ਼ਵਰ ਨੂੰ ਸਭ ਪਾਸੇ ਵਿਆਪ ਦੇਖੀਦਾ ਹੈ। ਆਤਮ ਮਹਿ ਪਰ ਅਪਰ ਬਖਾਨੇ। ਇਸ ਪ੍ਰਕਾਰ ਤੁਸੀਂ ਆਪਣਾ ਤੇ ਪਰਾਇਆ ਜੋ ਕਹਿੰਦੇ ਹੋ, ਵੇਦ ਅਰਥ ਕੋ ਕੁਮਤ ਨਾ ਜਾਣੇ। ਇਸ ਪ੍ਰਕਾਰ ਤੁਸੀਂ ਖੋਟੀ ਮਤ ਵਾਲੇ ਵੇਦਾਂ ਦੇ ਜਾਂ ਗਿਆਨ ਦੇ ਧਰਮ ਗ੍ਰੰਥ ਜਿਹੜੇ ਵੇਦ ਨੇ, ਵੇਦ ਗਿਆਨ ਦੇ ਕਹਿੰਦੇ ਨੇ, ਇਸ ਪ੍ਰਕਾਰ ਬਚਨ ਤੁਸੀਂ ਜਾਣਦੇ ਨਹੀਂ ਹੋ। ਕਬਿ ਨ ਹੋਏ ਤਾਹੇ ਕਲਿਆਣਾ। ਤੇ ਜਿਨ੍ਹਾਂ ਦੇ ਮਨ ਵਿੱਚ ਇਹ ਭੇਦ ਵਿਤਕਰਾ ਹੈ, ਜਬ ਧਾਰੈ ਕੋਈ ਬੈਰੀ ਮੀਤ, ਤਬ ਲਗ ਨਿਚਲ ਨਾਹੀ ਚੀਤ। ਜਦੋਂ ਤੱਕ ਆਪਣਾ ਤੇ ਬੇਗਾਨਾ, ਸੱਜਣ ਤੇ ਮਿੱਤਰ ਤੇ ਵੈਰੀ, ਜਦੋਂ ਤੱਕ ਇਹ ਤੁਹਾਡੀ ਦ੍ਰਿਸ਼ਟੀ ਵਿੱਚ ਹੈ, ਉਦੋਂ ਤੱਕ ਮੁਕਤੀ ਨਹੀਂ ਹੋ ਸਕਦੀ। ਕਿਉਂਕਿ ਪਹਿਲੀ ਗੱਲ ਚੇਤੀ ਨਹੀਂ ਇਕਾਗਰ ਹੋਣਾ। ਜਬ ਧਾਰੈ ਕੋਈ ਬੈਰੀ ਮੀਤ, ਤਬ ਲਗ ਨਿਚਲ ਨਾਹੀ ਚੀਤ। ਜਬ ਲਗ ਮੋਹ ਮੰਗ ਸਮਾਏ, ਤਬ ਲਗ ਧਰਮਰਾਜ ਦੇ ਸਜਾਏ। ਕਹਿੰਦੇ ਵੀ ਇਹ ਗੱਲ ਜਿਹੜੀ ਹੈ ਤੁਹਾਡੀ, ਤੋ ਇਹ ਭੇਦ ਬੁੱਧੀ ਕਰਕੇ ਕਹਿੰਦੇ ਤੁਹਾਡੀ ਕਲਿਆਣ ਨਹੀਂ ਹੋਣੀ ਹੈ। ਜਨਮ ਮਰਨ ਪਾਵਹਿ ਦੁਖ ਨਾਨਾ। ਨਾਨਾ ਪ੍ਰਕਾਰ ਦੇ ਜਨਮ ਤੇ ਮਰਨ ਦੇ ਦੁੱਖ ਜਿਹੜੇ ਨੇ ਵੱਖਰੀਆਂ ਵੱਖਰੀਆਂ ਜੂਨਾਂ 'ਚ ਭੋਗਣੇ ਪੈਣਗੇ। ਪੂਰਨ ਲਖਹਿ ਆਤਮਾ ਜੋਈ। ਤੇ ਜਿਹੜਾ ਸਾਰਿਆਂ ਵਿੱਚ ਹੀ ਇੱਕ ਆਤਮਾ ਦੇਖਦਾ ਹੈ, ਭਾਵ ਬੰਧਨ ਤੇ ਛੂਟਹਿ ਸੋਈ। ਤੋ ਉਹ ਸੰਸਾਰ ਦੇ ਇਹਨਾਂ ਬੰਧਨਾਂ ਤੋਂ ਛੁੱਟ ਜਾਂਦਾ, ਛੁਟਕਾਰਾ ਮਿਲਦਾ ਉਸ ਨੂੰ। ਸੁਨ ਕਰ ਅਸ ਬਚ ਸੰਡਾ ਮਰਕਾ। ਇਉਂ ਸੰਡਾ ਤੇ ਮਰਕਾ ਦੋਨੇ ਹੀ ਬ੍ਰਾਹਮਣ ਉਸਤਾਦ ਨੇ। ਤੇ ਇਸ ਪ੍ਰਕਾਰ ਸ਼ੁਕਰ ਪ੍ਰੋਹ ਦੇ ਪੁੱਤਰ ਜਿਹੜੇ ਨੇ, ਇਹਨਾਂ ਜਦੋਂ ਇਹ ਗੱਲ ਸੁਣੀ ਹੈ ਤਾਂ ਕਹੈ ਕਿ ਖੋਟੋ ਵੱਡ ਜਹ ਲੜਕਾ। ਇਹ ਕਹਿੰਦੇ ਵੀ ਇਹ ਤਾਂ ਬਹੁਤ ਹੀ ਖੋਟਾ ਹੈ, ਮਾੜਾ ਹੈ, ਖੋਟੇ ਸੁਭਾਅ ਵਾਲਾ ਲੜਕਾ ਇਹ। ਦੈਤਨ ਕੁਲ ਕਾਨਨ ਕੀ ਨਿਆਈ। ਕਹਿੰਦੇ ਇਹ ਜਿਤਨੀ ਦੈਂਤਾਂ ਦੀ ਕੁਲ ਹੈ ਨਾ, ਇਹ ਤਾਂ ਜੰਗਲ ਦੇ ਰੂਪ ਹੈ। ਬਿਸ਼ਨ ਕੁਠਾਰ ਸਮਾਨ ਰਸਾਈ। ਤੇ ਵਿਸ਼ਨੂੰ ਜਿਹੜਾ ਹੈ ਉਹ ਹੈ ਕੁਹਾੜੇ ਦੀ ਨਿਆਈ ਨੂੰ ਨਾਸ ਕਰਨ ਵਾਲਾ। ਬਿਨ ਦੰਡੇ ਜੋ ਅਹੈ ਕੁਠਾਰਾ। ਕਹਿੰਦੇ ਕੁਹਾੜਾ ਭਾਵੇਂ ਕਿੱਡਾ ਵੀ ਤਿੱਖਾ ਹੋਵੇ, ਪਰ ਜਦੋਂ ਤੱਕ ਉਹਦੇ ਵਿੱਚ ਡੰਡਾ ਦਸਤਾ ਨਾ ਪਵੇ, ਤੇ ਕੁਹਾੜਾ ਕੁਛ ਨਹੀਂ ਕਰ ਸਕਦਾ। ਕਾਟ ਨ ਸਕਹਿ ਬਿਟਪ ਨਿਰਧਾਰਾ। ਤੋ ਨਿਰਣਾ ਕਰਕੇ ਦੇਖ ਲੋ, ਕਿਸੇ ਵੀ ਦਰਖਤ ਨੂੰ ਕੱਟ ਨਹੀਂ ਸਕਦਾ ਜੇ ਕੁਹਾੜਾ ਕੱਲਾ ਹੀ ਹੋਵੇ ਤਾਂ। ਤੈਉ ਆਗੇ ਥੋ ਹਰ ਭਗਵਾਨਾ। ਅੱਗੇ ਤਾਂ ਕਹਿੰਦੇ ਹਰੀ ਵਿਸ਼ਨੂੰ ਭਗਵਾਨ ਸੀ ਜਿਹੜਾ ਕੱਲਾ ਸੀ। ਅਬਹਿ ਹੋਇਓ ਡੰਡ ਸਮਾਨਾ। ਇਹ ਹੁਣ ਕਹਿੰਦੇ ਉਹ ਤੇ ਕੁਹਾੜਾ ਸੀ, ਇਹ ਹੁਣ ਡੰਡੇ ਦੀ ਨਿਆਈ, ਉਹ ਉਹਦਾ ਡੰਡਾ ਬਣ ਗਿਆ, ਦਸਤਾ ਬਣ ਗਿਆ ਹੈ। ਨਿਸ਼ਚੈ ਨਾਸ ਬੰਸ ਕਾ ਕਰਈ। ਤੇ ਇਹ ਨਿਸ਼ਚਾ ਹੈ ਵੀ ਇਹ ਹੁਣ ਦੈਂਤਾਂ ਦੀ ਕੁਲ ਦਾ ਵਿਨਾਸ਼ ਕਰਾਊਗਾ ਵਿਸ਼ਨੂੰ ਤੋਂ। ਵੱਡੋ ਢੀਠ ਡਰ ਹਿਰਦੇ ਨ ਧਰਈ। ਕਹਿੰਦੇ ਇਹਨੂੰ ਡਰ ਕਿਸੇ ਦਾ ਹੈ ਹੀ ਨਹੀਂ, ਜਿੱਦਾਂ ਆਪਣੇ ਸ਼ਬਦਾਂ 'ਚ ਢੀਠ ਕਹੀਦਾ, ਪਰ ਇਹ ਜਿਹੜੇ ਇਸ ਤਰ੍ਹਾਂ ਦੇ ਸ਼ੁੱਧ ਬੁੱਧੀ ਵਾ ਉਹਨਾਂ ਨੂੰ ਦ੍ਰਿੜ ਨਿਸ਼ਚੇ ਵਾਲਾ ਕਹੀਦਾ ਹੈ। ਇਹ ਤੇ ਬੜਾ ਪਰਪੱਕ ਹਿਰਦੇ ਵਾਲਾ ਹੈ। ਆਨੋ ਬੈਂਤ ਸਾਸ ਨ ਦੇਈ। ਤੇ ਡਰਾਉਣ ਵਾਸਤੇ ਕਹਿੰਦੇ ਲਿਆਓ ਬੈਂਤ, ਕਹਿੰਦੇ ਡੰਡਾ ਲਿਆਓ, ਇਸ ਨੂੰ ਕੁੱਟੀਏ, ਇਹਨੂੰ ਡਰਾਉਂਦੇ ਹਨ। ਬਿਨ ਡਾਟੇ ਇਹ ਸੀਖ ਨ ਲਈ। ਇਹਨੇ ਕਹਿੰਦੇ ਜੋ ਅਸੀਂ ਪੜ੍ਹਾਉਂਦੇ ਆ ਨਾ ਸਿੱਖਿਆ, ਇਹ ਜਦੋਂ ਤੱਕ ਇਹਨੂੰ ਡਾਂਟਦੇ ਨਹੀਂ ਨਾ, ਇਹਨੂੰ ਸਜ਼ਾ ਨਹੀਂ ਦਿੰਦੇ, ਤਦੋਂ ਤੱਕ ਇਹਨੇ ਪੜ੍ਹਨੀ ਨਹੀਂ ਸਾਡੀ ਪੜ੍ਹਾਈ। ਬਹੁ ਪ੍ਰਕਾਰ ਕੋ ਭੈ ਦਿਖਰਾਵੇ। ਤੋ ਕਹਿੰਦੇ ਨੇ ਬੜਾ ਡਰਾਇਆ ਮੈਨੂੰ ਇਸ ਤਰ੍ਹਾਂ। ਆਪਣੀ ਵਿਦਿਆ ਸਕਲ ਪੜਾਵੇ। ਆਪਣੀ ਸਾਰੀ ਵਿਦਿਆ ਪੜ੍ਹਾਉਂਦੇ ਨੇ, ਪੂਰਾ ਪਾਠ ਪੜ੍ਹਾਉਂਦੇ ਨੇ ਇਸ ਦੇ ਤਾਈਂ। ਏਕ ਨਹੀਂ ਤਿੰਨ ਕੀ ਮਨ ਮਾਨੀ। ਪਰ ਕਹਿੰਦੇ ਮੇਰੇ ਮਨ 'ਚ ਇੱਕ ਵੀ ਗੱਲ ਨਹੀਂ ਮੰਨੀ ਇਹਨਾਂ ਦੀ, ਬੜੇ ਜੁਗਤੀਆਂ ਵਰਤੀਆਂ, ਬੜਾ ਕੁਛ ਕਹਿੰਦੇ ਮੇਰੇ ਤੇ ਜ਼ੋਰ ਲਾਇਆ। ਦੇਖ ਕੁਰੀਤੀ ਤੂੰ ਸੰਠਾਨੀ। ਇਹਨਾਂ ਦੀ ਕਹਿੰਦੇ ਦੇਖੀ ਵੀ ਖੋਟੀ ਰੀਤੀ ਹੈ, ਰੱਬ ਦੀ ਭਗਤੀ ਵਾਲੀ ਗੱਲ ਹੀ ਨਹੀਂ ਇਹਨਾਂ ਕੋਲ, ਦੈਂਤ ਕੋਲ ਹੈ। ਇਸ ਵਾਸਤੇ ਕਹਿੰਦੇ ਮੈਂ ਚੁੱਪ ਹੀ ਕਰ ਰਿਹਾ। ਫਿਰ ਬੀਤ ਗਇਓ ਜਬ ਕੇਤਕ ਕਾਲਾ। ਕਿੰਨਾ ਕੁ ਸਮਾਂ ਜਦੋਂ ਗੁਜ਼ਰ ਗਿਆ, ਇਸੇ ਤਰ੍ਹਾਂ ਹੀ ਉਹਨਾਂ ਨੂੰ ਪੜ੍ਹਾਉਂਦੇ ਆ। ਤੇ ਜਾਣਤ ਭੇ ਪੜਿਓ ਵਿਸਾਲਾ। ਤੇ ਉਹਨਾਂ ਜਾਣ ਲਿਆ ਵੀ ਹੁਣ ਇੰਨਾ ਅਸੀਂ ਨੂੰ ਪੜ੍ਹਾ ਦਿੱਤਾ ਵੀ ਇਹ ਬਹੁਤ ਪੜ੍ਹ ਗਿਆ ਹੁਣ। ਇੱਕ ਦਿਨ ਦੈਂਤ ਰਾਜ ਕੇ ਪਾਸਾ। ਇੱਕ ਦਿਨ ਕਹਿੰਦੇ ਨੇ ਦੈਂਤਾਂ ਦਾ ਰਾਜਾ ਹਰਨਾਖ ਜਿਹੜਾ ਸੀ ਇਹਦਾ ਪਿਤਾ, ਉਹਦੇ ਕੋਲ ਲੈ ਕਰ ਗਮਨੇ ਕਰਤ ਹੁਲਾਸਾ। ਬੜੇ ਉਤਸ਼ਾਹ ਦੇ ਸਹਿਤ ਗਏ ਨੇ ਵੀ ਇਨਾਮ ਮਿਲੂਗਾ, ਬੱਚੇ ਨੂੰ ਬਹੁਤ ਕੁਝ ਪੜ੍ਹਾਇਆ, ਇਹ ਬੱਚੇ ਨੂੰ ਹੁਣ ਭੇਜਦੇ ਆ।
ਤੇ ਹਰਨਾਕਸ਼ ਰਾਜਾ ਹੈ, ਸਾਨੂੰ ਬਹੁਤ ਇਨਾਮ ਦੇਵੇਗਾ। ਜਾਏ ਪਿਤਾ ਪਦ ਬੰਦਨ ਕੀਨੀ, ਗਿਆ ਹੈ ਮਰਜ਼ਾਦਾ ਪੁਰਸ਼ੋਤਮ ਪਿਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਜਾ ਕੇ। ਕਰੇ ਹਰਖ ਆਸਿਖ ਤਿਨ ਦੀਨੀ, ਬੜਾ ਖੁਸ਼ ਹੋਇਆ, ਅਸੀਸਾਂ ਦਿੱਤੀਆਂ ਨੇ। ਦੋਏ ਕਰ ਸੋ ਗਹਿ ਕਰ ਭਲ ਭਾਤੀ, ਦੋਨਾਂ ਹੱਥਾਂ ਨਾਲ ਚੰਗੀ ਤਰ੍ਹਾਂ ਫੜ ਕਰਕੇ ਇਸ ਬਾਲਕ ਨੂੰ ਬਦਨ ਬਲੋਕ ਲਾਏ ਲਿਏ ਛਾਤੀ, ਤੇਰਾ ਚਿਹਰੇ ਦਾ ਦਰਸ਼ਨ ਕੀਤਾ ਹੈ, ਪਕੜ ਕੇ ਛਾਤੀ ਨਾਲ ਲਾਇਆ ਹੈ। ਅੰਕ ਬਿਠਾਇਓ ਬਚਨ ਅਲਾਵਾ, ਕਹਿੰਦੇ ਗੋਦੀ 'ਚ ਬਿਠਾ ਕਰਕੇ ਬਚਨ ਕੀਤਾ ਪ੍ਰੇਮ ਦੇ ਨਾਲ। ਹੇ ਸੁਤ ਕਾਲ ਬਿਤੇ ਬਹੁ ਆਵਾ, ਦੇਖ ਪੁੱਤਰ ਬਹੁਤ ਸਮਾਂ ਗੁਜ਼ਰਿਆ ਹੈ, ਤੂੰ ਇਸ ਪ੍ਰਕਾਰ ਉਸਤਾਦਾਂ ਦੇ ਕੋਲ ਵਿਦਿਆ ਪੜ੍ਹਦਾ ਰਿਹਾ, ਉੱਥੇ ਰਹਿ ਕੇ ਕਾਫੀ ਸਮੇਂ ਤੋਂ ਬਾਅਦ ਆਇਆ ਹੈ ਇੱਥੇ। ਪੜਿਓ ਪਾਠ ਜੋ ਸੁੰਦਰ ਤੋਹੀ, ਤੇ ਜੋ ਇੰਨੇ ਲੰਬੇ ਸਮੇਂ 'ਚ ਜੋ ਤੂੰ ਪਾਠ ਪੜ੍ਹਿਆ, ਵਿਦਿਆ ਪੜ੍ਹੀ ਹੈ, ਸਰਬ ਉਚਾਰ ਸੁਨਾਵਹੁ ਮੋਹੀ, ਤੋ ਸਾਰੀ ਵਿਦਿਆ ਉਚਾਰਨ ਕਰਕੇ ਮੈਨੂੰ ਸੁਣਾਓ। ਸੁਨ ਕਰ ਜਨਕ ਬਚਨ ਕੋ ਬੋਲਿਓ, ਤੋ ਕਹਿੰਦੇ ਨੇ ਪਿਤਾ ਦੇ ਬਚਨ ਸੁਣੇ, ਜਨਕ ਨਾਮ ਇੱਥੇ ਪਿਤਾ ਦਾ ਹੈ, ਤਾਂ ਕਹਿੰਦੇ ਉਸ ਵੇਲੇ ਬੋਲਿਆ ਕਿਹਾ, ਮਨ ਕੋ ਮਤੋ ਬਿਦਤ ਸਭ ਖੋਲਿਓ, ਜੋ ਮੇਰੇ ਮਨ ਦਾ ਮਤਾ ਸੀ ਉਹ ਕਹਿੰਦਾ ਸਾਰਾ ਮੈਂ ਖੋਲ ਕਰਕੇ ਪਿਤਾ ਨੂੰ ਦੱਸ ਦਿੱਤਾ। ਅਬ ਮਤ ਬਾਤ ਧਰੋ ਉਰ ਮਾਹੀ, ਤੋ ਇਸ ਪ੍ਰਕਾਰ ਸੋ ਕਹਿੰਦੇ ਨੇ ਤੁਸੀਂ ਵਿਅਰਥ ਹੀ ਐਵੇਂ ਸੋ ਜਿਹੜਾ ਅਪਵਾਦ ਝਗੜਾ ਮਨ 'ਚ ਰੱਖਿਆ ਹੋਇਆ ਹੈ। ਹਰ ਦਸ ਸੁਨ ਸਿਮਰਨ ਸਭ ਆਹੀ, ਦੇਖੋ ਹਰੀ ਪਰਮੇਸ਼ਵਰ ਦਾ ਸਿਮਰਨ ਜਿਹੜਾ ਇਹ ਬਹੁਤ ਚੰਗਾ ਹੈ। ਕਰਨ ਕੀਰਤਨ ਚਰਨਨ ਸੇਵਾ, ਜਿਹੜਾ ਇਸ ਪ੍ਰਕਾਰ ਕੀਰਤਨ ਕਰਨਾ ਹੈ, ਚਰਨਾਂ ਦੀ ਸੇਵਾ ਕਰਨੀ ਹੈ। ਅਰਚਨ ਬੰਦਨ ਸ੍ਰੀ ਜਗ ਦੇਵਾ, ਜਿਹੜਾ ਪਰਮੇਸ਼ਵਰ ਦੇ ਅਰਚਾ ਪੂਜਾ ਕਰਨੀ ਹੈ, ਚਰਨਾਂ ਤੇ ਨਮਸਕਾਰ ਕਰਨੀ ਹੈ। ਦਿੜ ਵਿਸਵਾਸ ਹੈ ਅਪਰ ਸਰੀਰਾ, ਜਿਹੜਾ ਇਸ ਪ੍ਰਕਾਰ ਫਿਰ ਭਰੋਸਾ ਪੱਕਾ ਕਰਨਾ ਤੇ ਇਸ ਤਰੀਕੇ ਦੇ ਨਾਲ ਵਾਹਿਗੁਰੂ ਨਾਲ ਪਿਆਰ ਜੋ ਕਰਨਾ ਹੈ। ਕਰਨ ਸਖਾਪਨ ਗੁਨੀ ਗਹੀਰਾ, ਗੁਣਾਂ ਦੇ ਖਜ਼ਾਨੇ ਪਰਮੇਸ਼ਵਰ ਦੇ ਨਾਲ ਜਿਹੜਾ ਪ੍ਰੇਮ ਇਸ ਪ੍ਰਕਾਰ ਪ੍ਰਪੱਕ ਕਰਨਾ, ਇਹ 9 ਪ੍ਰਕਾਰ ਦੀ ਭਗਤੀ ਦਾ ਜ਼ਿਕਰ ਆਇਆ ਹੈ। ਸਰਵਣ ਸਿਮਰਨ ਕੀਰਤਨ ਪਾਦ ਸਿਵ ਅਚਾਨ, ਦਾਸਾ ਸਕਪਨ ਵੰਦਨਾ ਸਰਨ ਵੇਦਨ ਜਾਣ, ਇਸ ਤਰੀਕੇ ਨਾਲ 9 ਪ੍ਰਕਾਰ ਦੀ ਭਗਤੀ ਦਾ ਜ਼ਿਕਰ ਕੀਤਾ ਹੈ। ਨਵ ਦਾ ਭਗਤ ਇਹੀ ਗਤ ਦਾਈ, ਕਹਿੰਦੇ ਇਹ 9 ਪ੍ਰਕਾਰ ਦੀ ਭਗਤੀ ਜਿਹੜੀ ਆ ਇਹੋ ਹੀ ਬੰਦੇ ਨੂੰ ਮੁਕਤੀ ਦੇ ਸਕਦੀ ਹੈ। ਕਰਹੁ ਸਦੀਵ ਹਿਰਦੇ ਹਿਤ ਲਾਈ, ਤੋ ਸਦਾ ਹੀ ਕਹਿੰਦੇ ਹਿਤ ਲਾ ਕੇ ਪ੍ਰੇਮ ਲਾ ਕੇ 9 ਪ੍ਰਕਾਰ ਦੀ ਭਗਤੀ ਕਰੋ। ਅਪਰ ਪਾਠ ਸਭ ਦੇਹੋ ਬਿਹਾਈ, ਕਹਿੰਦੇ ਬਾਕੀ ਸਭ ਪਾਠ ਜਿਹੜੇ ਨੇ ਸੁੱਟ ਦਿਓ, ਰੋੜ ਦਿਓ, ਕਿਤੇ ਦੂਰ ਕਰੋ। ਜਿਨ ਤੇ ਕਾਰਜ ਸਰੇ ਨ ਰਾਈ, ਇਹਨਾਂ ਤੋਂ ਇੱਕ ਰਾਈ ਜਿੰਨਾ ਕੰਮ ਨਹੀਂ ਸਰਨਾ ਹੈ ਪਰਮੇਸ਼ਵਰ ਦੀ ਭਗਤੀ ਦਾ, ਮੁਕਤੀ ਦਾ। ਹਿਰਨ ਕਸਪ ਸੁਨ ਕੋਪ ਬਢਾਵਾ, ਕਹਿੰਦੇ ਸੁਣ ਕੇ ਹਰਨਾਕਸ਼ ਹਰਨਕਸ਼ਪ ਦਾ ਨਾਂ ਹੈ, ਸੋ ਕਹਿੰਦੇ ਸੁਣ ਕਰਕੇ ਬੜਾ ਕਹਿੰਦੇ ਗੁੱਸਾ ਵੱਧ ਗਿਆ ਉਸਨੂੰ। ਨਿਜ ਦੰਤਨ ਸੋ ਅਦਰ ਚੁਬਾਵਾ, ਆਪਣੇ ਦੰਦਾਂ ਦੇ ਨਾਲ ਕਹਿੰਦੇ ਹੋਠ ਚੱਬੜੇ ਸ਼ੁਰੂ ਕਰਤੇ, ਬੋਲ ਟੁੱਕਣ ਲੱਗ ਪਿਆ। ਸਰੋਣਤ ਸਰਸ ਲਾਲ ਭੇ ਨੈਨਾ, ਅੱਖਾਂ ਖੂਨ ਵਰਗੀਆਂ ਲਾਲ ਹੋ ਗਈਆਂ ਕ੍ਰੋਧ ਵਿੱਚ ਇਸ ਦੀਆਂ। ਸਕਰ ਸੁਤਨ ਸੋ ਬੋਲਿਓ ਬੈਨਾ, ਇਹ ਸ਼ੁਕਰ ਪ੍ਰੋਤ ਦੇ ਪੁੱਤਰਾਂ ਦੇ ਨਾਲ ਸੰਡੇ ਮਰਕੇ ਨੂੰ ਇਸ ਤਰੀਕੇ ਨਾਲ ਬੋਲਿਆ ਕ੍ਰੋਧ ਵਿੱਚ। ਤੁਮ ਮਤਹੀਨ ਪਛ ਬਿਬ ਲੀਨਾ, ਤੋ ਕਹਿੰਦੇ ਨੇ ਤੁਸੀਂ ਕਹਿੰਦੇ ਐਸੇ ਮੰਦੀ ਮਤ ਵਾਲਿਓ, ਕਹਿੰਦੇ ਪਖੰਡ ਕਰਦੇ ਹੋ, ਕੀ ਪੜਾਇਆ ਮੇਰੇ ਮੁੰਡੇ ਨੂੰ। ਸੁਤ ਹੈ ਕੋ ਪਾਠ ਪੜਾਏ ਮਲੀਨਾ, ਮੇਰੇ ਪੁੱਤਰ ਨੂੰ ਕਹਿੰਦੇ ਤੁਸੀਂ ਬੜਾ ਭੈੜਾ ਪਾਠ ਪੜਾ, ਕਾਹਦੀ ਸਿੱਖਿਆ ਦਿੱਤੀ ਤੁਸਾਂ। ਮੋਰ ਨਿਰਾਦਰ ਕੀਨ ਅਭਾਗੇ, ਹੇ ਖੋਟੇ ਭਾਗਾਂ ਵਾਲਿਓ ਮੇਰਾ ਬੜਾ ਨਿਰਾਦਰ ਕੀਤਾ, ਤੁਸਾਂ ਤਿਰਸਕਾਰ ਕੀਤਾ ਹੈ। ਸਿੱਖਿਆ ਔਰ ਦੀਨ ਤੁਮ ਲਾਗੇ, ਤੁਸੀਂ ਕਹਿੰਦੇ ਹੋਰ ਹੀ ਸਿੱਖਿਆ ਪੜਾਈ ਪੜਾਉਣ ਲੱਗ ਪਏ ਮੇਰੇ ਪੁੱਤਰ ਨੂੰ। ਬੰਚਕ ਬੇਖ ਬਨਾਇਓ ਜਾਨਾ, ਮੈਂ ਤੇ ਜਾਣ ਲਿਆ ਤੁਸੀਂ ਤਾਂ ਠੱਗਾਂ ਦਾ ਭੇਸ ਬਣਾਇਆ ਹੋਇਆ ਹੈ, ਐਵੇਂ ਬਣਾਈ ਬੈਠੇ ਹੋ ਕਿ ਤੁਸੀਂ ਵਿਦਿਆ ਪੜਾਉਂਦੇ ਹਾਂ। ਛਪੇ ਨਹੀਂ ਮੈਂ ਆਜ ਲਖਾਨਾ, ਤੋ ਮੈਂ ਤੁਸੀਂ ਲੁਕੇ ਨਹੀਂ ਹੋ, ਇਸ ਪਰ ਅੱਜ ਤਾਂ ਮੈਂ ਜਾਣਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੁਸੀਂ ਕੀ ਪੜਾਉਣੇ ਆ ਬੱਚਿਆਂ ਨੂੰ। ਦਿਜ ਮਹਿ ਤੁਮ ਸੋ ਨੀਚ ਨਾ ਕੋਈ, ਬ੍ਰਾਹਮਣਾਂ ਦੇ ਵਿੱਚ ਤੁਹਾਡੇ ਵਰਗਾ ਨੀਚ ਕੋਈ ਨਹੀਂ। ਕਹਿੰਦੇ ਇਹੋ ਜਿਹੀ ਪੜਾਈ ਪੜਾਤੀ ਮੇਰੇ ਬੱਚੇ ਨੂੰ, ਬੜਾ ਕ੍ਰੋਧੀ ਹੋਇਆ, ਦੈਂਤ ਜੋ ਹੋਇਆ, ਕਹਿੰਦਾ ਵੀ ਜੋ ਕੰਮ ਅਸੀਂ ਕਰਦੇ ਉਹਦੀ ਪੜਾਈ ਕਰਾਓ। ਜਿਨ ਕੀ ਬੁੱਧ ਵਿਪਰਜੈ ਹੋਈ, ਜਿਨ੍ਹਾਂ ਦੀ ਕਹਿੰਦੇ ਬੁੱਧੀ ਹੀ ਉਲਟ ਹੋ ਗਈ ਹੈ। ਸੰਡੇ ਮਰਕੇ ਬਚਨ ਸਰੋਸਾ, ਤੋ ਦਿਸਲੇ ਦੇਖਿਆ ਸੰਡੇ ਮਰਕੇ ਨੇ ਉਸਤਾਦਾਂ ਨੇ ਬ੍ਰਾਹਮਣ ਸਨ, ਇਹਨਾਂ ਬਈ ਇਹ ਤਾਂ ਬੜਾ ਗੁੱਸੇ ਦੇ ਵਿੱਚ ਕ੍ਰੋਧ ਵਿੱਚ ਇਹਨੇ ਗੱਲਾਂ ਕੀਤੀਆਂ ਹਨ। ਸੁਣ ਕਰ ਬੋਲੇ ਹਮ ਨਹਿ ਦੋਸਾ, ਸੁਣ ਕਰਕੇ ਜਵਾਬ ਕਹਿਣ ਲੱਗੇ ਦੇਖੋ ਰਾਜਾ ਸਾਹਿਬ
ਕਹਿੰਦੇ ਸਾਡਾ ਕੋਈ ਦੋਸ਼ ਨਹੀਂ ਇਹਦੇ ਵਿੱਚ। ਅਸ ਪ੍ਰਕਾਰ ਕੋ ਹਮ ਨ ਪੜਾਵਾ, ਇਹ ਜੋ ਕੁਛ ਤੁਹਾਡਾ ਪੁੱਤਰ ਕਹਿ ਰਿਹਾ ਨਾ, ਅਸੀਂ ਇਹਨੂੰ ਕੋਈ ਇੱਕ ਗੱਲ ਵੀ ਨਹੀਂ ਪੜ੍ਹਾਈ ਜੋ ਕਹਿੰਦਾ ਇਹ, ਅਪਰ ਨ ਕੋ ਆਨ ਸਿਖਾਵਾ। ਤੇ ਨਾ ਹੀ ਸਾਡੇ ਹੁੰਦਿਆਂ ਕਿਸੇ ਦੂਜੇ ਨੇ ਆਣ ਕੇ ਇਹਨੂੰ ਕੋਈ ਸਿੱਖਿਆ ਦਿੱਤੀ ਹੈ। ਹੋਰ ਕੋਈ ਉਸਤਾਦ ਨਹੀਂ ਆਇਆ ਇਸ ਨੂੰ ਕੋਈ ਦੱਸਣ ਵਾਲਾ। ਸਹਿਜ ਸੁਭਾਇਕ ਤਵ ਸੁਤ ਐਸੇ, ਇਹ ਤਾਂ ਸੁਤੇ ਸੈਦੀ ਹੀ ਤੁਹਾਡਾ ਪੁੱਤਰ ਉਂਝ ਜਨਮ ਤੋਂ ਹੀ ਇਦਾਂ ਦਾ ਹੈ। ਇਹ ਇਹਦੀ ਆਪਣੀ ਹੀ ਅਕਲ ਹੈ, ਇਹਨੂੰ ਦੱਸਿਆ ਕਿਸੇ ਨੇ ਕੁਛ ਨਹੀਂ। ਲੀਨੀ ਕੁਮਤ ਬਖਤ ਅਬ ਜੈਸੇ, ਆਹ ਕਹਿੰਦੇ ਹੁਣ ਇਹਨਾਂ ਨੇ ਵੀ ਗੁੱਸੇ 'ਚ ਕਿਹਾ, ਕਹਿੰਦੇ ਜੋ ਬਕੀ ਜਾਂਦਾ ਤੁਹਾਡੇ ਕੋਲ ਖੋਟੀ ਮਤ ਇਹ ਆਪਣੀ ਹੈ, ਇਸ ਦੀ ਕੁਛ ਨੇ ਨਾ ਪੜਾਏ ਨਾ ਅਸੀਂ ਪੜਾਇਆ ਇਹਨੂੰ ਐਸਾ। ਹੇ ਹਰਨ ਸੁਨ ਮੈਂ ਪਿਤ ਸੋ ਬਚਨ ਬਖਾਨਾ, ਤੇ ਕਹਿੰਦੇ ਇਸ ਪ੍ਰਕਾਰ ਪ੍ਰਹਲਾਦ ਕਹਿੰਦਾ ਫਿਰ ਮੈਂ ਇਸ ਪ੍ਰਕਾਰ ਬਚਨ ਕੀਤਾ ਆਪਣੇ ਪਿਤਾ ਦੇ ਨਾਲ। ਤਾ ਤਜਹੁ ਤਾਤ ਸੰਤਾਪ ਮਹਾਨਾ, ਕਹਿਣ ਲੱਗੇ ਪਿਤਾ ਜੀ ਇੰਜ ਕਰੋ, ਸੋ ਜਿਹੜਾ ਤੁਸੀਂ ਇਹ ਸੰਤਾਪ ਆਪਣੇ ਮਨ 'ਚ ਇਹ ਕ੍ਰੋਧ ਲਿਆਂਦਾ ਨਾ, ਆਪਣੇ ਮਨ ਨੂੰ ਦੁਖੀ ਕੀਤਾ ਹੈ, ਇਸ ਨੂੰ ਤੁਸੀਂ ਦੂਰ ਕਰੋ। ਬੇਮੁਖ ਹਿਰਦੇ ਨ ਆਨਹਿ ਕਾਸੂ, ਉਹ ਕਹਿੰਦੇ ਬੇਮੁਖ ਜਿਹੜਾ ਮਨ ਵਿੱਚ ਕੁਛ ਵੀ ਨਹੀਂ ਲਿਆਉਂਦਾ ਹੈ। ਮਾਨ ਸਰੋਵਰ ਬਾਸ ਸੋਖਾਰਾ ਸੋਖਾਰਾ, ਤੋ ਕਹਿੰਦੇ ਇਸ ਪ੍ਰਕਾਰ ਜਿਹੜਾ ਭਲੀ ਪ੍ਰਕਾਰ ਕਹਿੰਦੇ ਨੇ ਮਾਨ ਸਰੋਵਰ ਤੇ ਵਾਸਾ ਕਰਨਾ ਹੈ। ਕਰਨੋ ਮੁਕਤਾ ਕੇਰ ਆਹਾਰਾ, ਤੋ ਕਹਿੰਦੇ ਨੇ ਜਿਹੜਾ ਮਾਨ ਸਰੋਵਰ ਤੇ ਵਸਦਾ ਨਾ, ਉਹਨੂੰ ਤਾਂ ਚਾਹੀਦਾ ਵੀ ਮੋਤੀਆਂ ਦੇ ਹੰਸ ਵਸਦੇ ਨੇ, ਉਹਨਾਂ ਨੂੰ ਚਾਹੀਦਾ ਮੋਤੀਆਂ ਦੀ ਖੁਰਾਕ ਖਾਣ। ਬਾਇਸ ਸੀਖ ਨ ਮਾਨਹਿ ਕਬਹੀ, ਪਰ ਕਹਿੰਦੇ ਨੇ ਜਿਹੜਾ ਬਾਇਸ ਕਾਂ ਹੁੰਦਾ ਨਾ ਇਸ ਪ੍ਰਕਾਰ, ਸੋ ਕਹਿੰਦੇ ਨੇ ਉਹ ਕਦੇ ਵੀ ਜਿਹੜਾ ਨਾ ਸੋ ਮੋਤੀਆਂ ਦੀ ਚੋਗ ਨਹੀਂ ਚੁਗਦਾ ਹੈ। ਜੇ ਉਤਮ ਗੁਣ ਹੋਵੇ ਸਭ ਹੀ, ਤੋ ਕਹਿੰਦੇ ਨੇ ਭਾਵੇਂ ਸਾਰੇ ਹੀ ਉੱਤਮ ਗੁਣ ਹੋਣ ਜਿਹਦੇ ਵਿੱਚ, ਤਾਂ ਕਿ ਰਤ ਦੁਰਗੰਧ ਹੈ ਮਾਹੀ। ਇਸ ਪ੍ਰਕਾਰ ਸੋ ਕਹਿੰਦੇ ਨੇ ਕਾਂ ਜਿਹੜਾ ਹੁੰਦਾ ਹੈ ਸੋ ਕਾਉ ਕਪੂਰ ਨਾ ਚੱਖੀ ਦੁਰਗੰਧ ਸੁਖਾਵੇ, ਕਹਿੰਦੇ ਕਦੇ ਵੀ ਕਪੂਰ ਦੀ ਖੁਸ਼ਬੂ ਨਹੀਂ ਲੈ ਸਕਦਾ, ਉਹ ਦੁਰਗੰਧੀ ਨੂੰ ਹੀ ਚਾਹੁੰਦਾ ਹੈ। ਤੈਉ 60 ਭਗਤ ਸੀਖ ਲੈ ਨਾਹੀ, ਇਸ ਵਾਸਤੇ ਕਹਿੰਦੇ ਨੇ ਇਹ ਸੋ ਸੰਡਾ ਮਰਕਾ ਕਾਰਨ ਇਹ ਮੂਰਖ ਕਹਿੰਦੇ ਭਗਤੀ ਜਿਹੜੀਆਂ ਨਾ ਇਹ ਇਸ ਪ੍ਰਕਾਰ ਸੋ ਜਿਹੜੇ ਕਹਿੰਦੇ ਨੇ ਪ੍ਰਹਲਾਦ ਕਹਿੰਦਾ ਵੀ ਜਿਹੜੇ ਮੂਰਖ 60 ਹਨ ਸੋ ਭਗਤੀ ਦੀ ਸਿੱਖਿਆ ਲੈਂਦੇ ਹੀ ਨਹੀਂ ਹਨ। ਬੰਧਨ ਪਰੇ ਜਗਤ ਕੇ ਭਾਰੀ, ਸੋ ਭਾਰੀ ਜਗਤ ਦੇ ਕਹਿੰਦੇ ਬੰਧਨ ਪੈ ਗਏ ਉਹਨਾਂ ਨੂੰ। ਛੂਟਨ ਏਕ ਉਪਾਏ ਵਿਚਾਰੀ, ਸੋ ਕਹਿੰਦੇ ਇੱਕੋ ਹੀ ਵਿਚਾਰ ਕੀਤਾ ਛੁਟਕਾਰੇ ਦਾ। ਸੁਨ ਧਾਰ ਹੈ ਸਤਿਗੁਰ ਉਪਦੇਸਾ, ਚਾਹੀਦਾ ਬਸ ਇੱਕੋ ਹੀ ਤਰੀਕਾ ਹੈ ਕਿ ਸਤਿਗੁਰੂ ਮਹਾਰਾਜ ਦੇ ਉਪਦੇਸ਼ ਨੂੰ ਸੁਣ ਕਰਕੇ ਹਿਰਦੇ ਵਿੱਚ ਧਾਰਨ ਕਰੇ। ਬਹੁਰ ਨਾ ਰਹੇ ਦੁਖ ਕੋ ਲੇਸਾ, ਫਿਰ ਕਦੇ ਵੀ ਕਿਸੇ ਲੇਸ ਮਾਤਰ ਵੀ ਕੋਈ ਦੁੱਖ ਨਹੀਂ ਰਹਿੰਦਾ ਹੈ। ਧਨ ਅਰਥੀ ਜੇ ਗੁਰ ਜਗ ਮਾਹੀ, ਜਿਹੜੇ ਇਸ ਪ੍ਰਕਾਰ ਸੋ ਧਨ ਦੇ ਚਾਹਵਾਨ ਦੁਨੀਆ ਦੇ ਵਿੱਚ ਹਨ ਲੋਕ, ਆਤਮ ਗਿਆਨ ਹਿਰਦੇ ਮੈਂ ਨਾਹੀ। ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਹੁੰਦਾ ਨਹੀਂ, ਆਪਣੇ ਆਤਮ ਗਿਆਨ ਨੂੰ ਧਾਰਦੇ ਨਹੀਂ। ਤਿੰਨ ਤੇ ਪੰਥ ਨਾ ਸੂਝੇ ਕੈਸੇ, ਉਹਨਾਂ ਕੋਲੋਂ ਕਦੇ ਵੀ ਰੱਬ ਦਾ ਪੰਥ ਪ੍ਰਾਪਤੀ ਦਾ ਰਸਤਾ ਜਿਹੜਾ ਨਾ ਉਹ ਕਦੇ ਵੀ ਨਹੀਂ ਸਮਝ ਆਉਂਦੀ ਹੈ। ਅੰਧਾ ਆਗੂ ਅੰਧਨ ਜੈਸੇ, ਕਹਿੰਦੇ ਜਿਵੇਂ ਹੁਣ ਕੋਈ ਅੰਨਿਆਂ ਦਾ ਟੋਲਾ ਤੇ ਉਹਨਾਂ ਦੇ ਵਿੱਚੋਂ ਕੋਈ ਬੰਦਾ ਜਿਹੜਾ ਉਹ ਚਤੁਰਾਈ ਦੇ ਨਾਲ ਅੰਨਾ ਹੀ ਆਦਮੀ ਕਹੇ ਵੀ ਤੁਸੀਂ ਏਦਾਂ ਕਰੋ, ਮੈਨੂੰ ਤੇ ਇੱਕ ਅੱਖ 'ਚ ਦਿਖਦਾ, ਮੇਰੇ ਮਗਰ ਆ ਜਾਓ। ਭਾਈ ਗੁਰਦਾਸ ਸਾਹਿਬ ਨੇ ਇਹ ਪ੍ਰਮਾਣ ਦਿੱਤਾ ਵੀ ਅੰਧੇ ਖੂਹੇ ਅੰਧੇ ਠੇਲੇ, ਕਹਿੰਦੇ ਅੰਨੇ ਸੀ ਕਿਤੇ ਬੈਠੇ ਹੋਏ ਤੋ ਕਹਿਣ ਯਾਰ ਵੀ ਬੜੇ ਮੁਸ਼ਕਲ ਆ ਵੀ ਚਲੋ ਸਾਨੂੰ ਕੋਈ ਬੰਦਾ ਹੋਵੇ ਇੱਕ ਕੋਈ ਸਾਡਾ ਆਗੂ ਬਣ ਜਾਵੇ ਜਿਹਨੂੰ ਦਿਸਦਾ ਹੋਵੇ ਤੇ ਚਲੋ ਆਪਾਂ ਉਹਦੇ ਪਿੱਛੇ ਸੋ ਇੱਕ ਦੂਜੇ ਦੀ ਬਾਂਹ ਫੜ ਕੇ ਆਸਰਾ ਲੈ ਕਰਕੇ ਤੇ ਆਪਾਂ ਤੁਰ ਫਿਰ ਸਕੀਏ। ਉਹ ਇੱਕ ਅੰਧੇ ਨੂੰ ਸ਼ਰਾਰਤ ਸੁੱਝ ਗਈ, ਦਿਸਦਾ ਉਹਨੂੰ ਵੀ ਨਹੀਂ ਸੀ। ਉਹ ਕਹਿੰਦਾ ਮੈਨੂੰ ਇੱਕ ਅੱਖ ਤੋਂ ਦਿਸਦਾ। ਕਹਿੰਦੇ ਚੱਲ ਫਿਰ ਤੂੰ ਸਾਡਾ ਆਗੂ ਹੋਇਆ ਤੇ ਜਿੱਦੇ ਜਦੋਂ ਤੂੰ ਜਾਣਾ ਹੈ ਨਾ ਤੇ ਅਸੀਂ ਇੱਦਾਂ ਤੇਰੀ ਬਾਂਹ ਫੜ ਕੇ ਤੇਰੇ ਮਗਰ ਚੱਲਿਆ ਕਰਾਂਗੇ। ਕਹਿੰਦੇ ਚਲੋ ਚੱਲੀਏ। ਕਹਿੰਦੇ ਚੱਲ ਪਏ ਅੱਗੇ, ਕਿਤੇ ਅੰਨਾ ਖੂਹ ਸੀ ਜਦੀ ਮਣ ਨਹੀਂ ਹੁੰਦੀ, ਹੁਣ ਸੀ ਤੇ ਉਹ ਅੰਨਾ ਉਹ ਲੈ ਕੇ ਤੁਰਿਆ ਗਿਆ ਜਿਹੜਾ ਖੂਹ ਆਇਆ ਤੇ ਜਿਸ ਉਹਦੇ ਵਿੱਚ ਡਿੱਗਿਆ ਤੇ ਬਾਕੀ ਸਾਰੇ ਮਗਰੇ ਉਹਦੇ ਵਿੱਚ ਅੰਧੇ ਖੂਹੇ ਅੰਧੇ ਠੇਲੇ। ਤੋ ਭਗਤ ਜੀ ਇਸ ਪ੍ਰਕਾਰ ਇੱਥੇ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ ਕਿ ਜਿਹੜੇ ਆਤਮ ਗਿਆਨ ਜਿਹੜਾ ਬ੍ਰਹਮ ਗਿਆਨ ਆਪ ਨੂੰ ਤਾਂ ਹੈ ਹੀ ਨਹੀਂ, ਅੰਨੇ ਨੇ ਅਗਿਆਨ ਦੇ ਵਿੱਚ, ਤੇ ਬਾਕੀ ਜਿਹੜਿਆਂ ਨੂੰ ਵੀ ਉਹ ਗੁਰੂ ਬਣ ਬਹਿੰਦੇ ਨੇ ਤੇ ਉਹ ਬਾਕੀਆਂ ਨੂੰ ਮਗਰ ਲਾ ਕਰਕੇ ਜਿੱਦਾਂ ਆਪ ਕਦੇ ਖੂਹ 'ਚ ਡਿੱਗਦੇ ਟੋਏ ਖਾਤੇ 'ਚ ਡਿੱਗਦੇ ਤੇ ਹੋਰਾਂ ਨੂੰ ਸੁੱਟਦੇ ਹਨ। ਜਾਵਤ ਗਿਰਸੋਂ ਗਰਤ ਮਝਾਰੀ, ਇਸ ਪ੍ਰਕਾਰ ਸੋ ਉਹ ਕਹਿੰਦੇ ਨੇ ਇਸ ਪ੍ਰਕਾਰ ਗਰਤ ਸੋ ਟੋਏ ਦੇ ਵਿੱਚ ਖਾਤੇ ਵਿੱਚ ਡਾ ਕੇ ਡਿੱਗ ਪੈਂਦੇ ਹਨ। ਜੋ ਤੇ ਪਾਛੇ ਗਿਰਹੇ ਸੰਗਾਰੀ, ਜਿੰਨੇ ਵੀ ਸੰਗੀ ਹੁੰਦੇ ਆ ਪਿੱਛੇ ਉਹ ਵੀ ਸਾਰੇ ਹੀ ਇਸ ਪ੍ਰਕਾਰ ਉਹਦੇ ਵਿੱਚ ਡਿੱਗ ਪੈਂਦੇ ਹਨ ਪਾਪਾਂ ਦੇ ਟੋਏ 'ਚ। ਇਹ ਪਿਤ ਕਿਉਂ ਨਾ ਭਜੇ ਪ੍ਰਭ ਚਰਣਾ, ਹੇ ਪਿਤਾ ਜੀ
ਕਿਉਂ ਨਹੀਂ ਰੱਬ ਦੇ ਨਾਮ ਚਰਨਾਂ ਦਾ ਭਜਨ ਕਰਦੇ, ਤੁਸੀਂ ਭਗਤੀ ਕਰੋ। ਹੋਵੇ ਹੈ ਜਨਮ ਮਰਨ ਕੋ ਹਰਣਾ, ਤਾਂ ਕਹਿੰਦੇ ਜਨਮ ਮਰਨ ਤੁਹਾਡਾ ਦੂਰ ਹੋ ਜਾਵੇਗਾ। ਕਰ ਸਤ ਸੰਗ ਸਰਸ ਸੁਰ ਧੇਨੂ, ਇਸ ਪ੍ਰਕਾਰ ਸਤ ਸੰਗ ਕਰੋ। ਜਿਹੜਾ ਸਤ ਸੰਗਤ ਹੈ ਨਾ, ਕਾਮ ਧੇਨ ਸਵਰਗ ਦੀ ਗਊ ਵਰਗਾ ਹੈ। ਸਿਰ ਪਰ ਧਾਰ ਸੰਤਨ ਪਦ ਰੇਨੂ, ਤੋ ਸੰਤਾਂ ਦੇ ਚਰਨਾਂ ਦੀ ਧੂੜ ਸਿਰ ਤੇ ਧਾਰਨ ਕਰੋ, ਸ਼ਰਧਾ ਕਰੋ। ਤਰ ਜਾਹੇ ਭਵ ਸਾਗਰ ਭੂਰੀ, ਭਾਰੀ ਜਿਹੜਾ ਭਿਆਨਕ ਭਵ ਸਾਗਰ ਸੰਸਾਰ ਸਮੁੰਦਰ ਨੂੰ ਤਰ ਜਾਓਗੇ। ਪਾਏ ਪਰਮਗਤ ਸਭ ਬਿਦਰੂਰੀ, ਸਭ ਤਰੀਕਿਆਂ ਦੇ ਨਾਲ ਬੜੀ ਸੁੰਦਰ ਕਹਿੰਦੇ ਨੇ ਗਤੀ ਨੂੰ ਪ੍ਰਾਪਤ ਹੋਵੋਗੇ। ਦੈਤ ਰਾਜ ਸੁਨ ਕ੍ਰੋਧ ਬਸੇਖਾ, ਤੋ ਕਹਿੰਦੇ ਨੇ ਇਹ ਹਰਨਾਕਸ਼ ਦੈਂਤਾਂ ਦੇ ਰਾਜੇ ਨੂੰ ਸੁਣ ਕੇ ਬੜਾ ਕ੍ਰੋਧ ਆਇਆ। ਫਿਰ ਕੰਪਤ ਤਨ ਭਾ ਆਰੁਨ ਬੇਖਾ, ਬੜਾ ਲਾਲ ਸਰੀਰ ਕੰਬਣ ਲੱਗ ਪਿਆ, ਕ੍ਰੋਧ ਦੇ ਵਿੱਚ ਲਾਲ ਹੋ ਗਿਆ ਸਰੀਰ ਇਹਦਾ। ਤਿਰਛੇ ਕੀਨ ਭਿਆਨਕ ਨੈਣਾ, ਬੜੇ ਕਹਿੰਦੇ ਤਿਰਛੇ ਕਰਕੇ ਮੇਰੇ ਵੱਲ ਟੇਢੇ ਨੇਤਰ ਕਰਕੇ ਭਿਆਨਕ ਨਿਗਾਹ ਨਾਲ ਦੇਖ ਕੇ ਕਹਿੰਦਾ। ਅਦਕ ਗਰਜ ਕੋ ਕਹਿ ਬੋਲਿਓ ਬੈਨਾ, ਬੜਾ ਕੜਕ ਕੇ ਕਹਿੰਦੇ ਬੋਲਿਆ ਇਸ ਤਰ੍ਹਾਂ ਕ੍ਰੋਧ ਵਿੱਚ। ਅੰਗ ਬਿਖੇ ਤੇ ਦੀਨ ਬਗਾਈ, ਕਹਿੰਦੇ ਗੋਦੀ 'ਚ ਬਿਠਾਇਆ ਸੀ, ਪੁੱਤਰ ਬਣਾ ਕੇ ਪ੍ਰੇਮ ਕੀਤਾ ਸੀ। ਉਹ ਬੜਾ ਲਾਡ ਪਹਿਲੇ ਕੀਤਾ ਤੇ ਹੁਣ ਪੁੱਤ ਨੂੰ ਕਹਿੰਦੇ ਚੁੱਕ ਕਰਕੇ ਭਗਾ ਕੇ ਮਾਰਿਆ ਦੂਰ। ਇਸ ਪ੍ਰਕਾਰ ਆਪਣੀ ਗੋਦੀ ਵਿੱਚੋਂ ਸੁੱਟਦਾ। ਕਹਿ ਮਾਰੋ ਇਸ ਕੋ ਲੈ ਜਾਈ, ਕਹਿੰਦੇ ਜਾਓ ਪਕੜ ਲੈ ਨੂੰ ਫੜ ਕੇ ਮਾਰ ਦਿਓ। ਕਹਿੰਦੇ ਇਹੋ ਜਿਹੇ ਪੁੱਤਰ ਨੂੰ ਮੈਂ ਕੀ ਕਰਨਾ ਹੈ। ਸੁਤ ਮਮ ਨਹੀਂ ਲਖੋ ਜੋ ਮਨ ਮੈਂ, ਤੋ ਕਹਿੰਦੇ ਮੈਂ ਮਨ 'ਚ ਜਾਣਿਆ ਮੇਰਾ ਪੁੱਤਰ ਹੀ ਨਹੀਂ ਹੈ। ਤੋ ਇਹੋ ਮੁਨਕਰ ਹੋ ਗਿਆ। ਦੀਰਘ ਰੋਗ ਭਇਓ ਇਹ ਤਨ ਮੈਂ, ਕਹਿੰਦੇ ਨੇ ਰੋਗੀ ਤਾਂ ਆਪ ਹੈ, ਮੈਂ ਹੰਕਾਰ ਦਾ। ਕਹਿੰਦੇ ਇਹਦੇ ਸਰੀਰ ਵਿੱਚ ਰੋਗ ਵੱਡਾ ਪੈਦਾ ਹੋ ਗਿਆ ਹੈ। ਅੰਗ ਸਰੋਗ ਕੱਟੇ ਸੁਖ ਹੋਈ, ਜਿਹੜੇ ਸਰੀਰ ਦੇ ਅੰਗ ਵਿੱਚ ਰੋਗ ਹੋਵੇ ਉਹਨੂੰ ਕੱਟਿਆ ਹੀ ਚੰਗਾ ਹੈ। ਮਾਰ ਦਿਓ ਫੜ ਕੇ, ਮੇਰਾ ਪੁੱਤਰ ਹੀ ਨਹੀਂ ਇਹ। ਹਨ ਹੋ ਜਾਏ ਅਚਰਜ ਨਹ ਕੋਈ, ਕੋਈ ਅਚਰਜ ਮਾਰ ਦਿਓ। ਕਹਿੰਦੇ ਜਾ ਕੇ ਕੋਈ ਦੁੱਖ ਨਹੀਂ ਮੈਨੂੰ ਇਸ ਦੇ ਮਾਰਨ ਦਾ। ਮਮ ਭਰਾਤਾ ਕੋ ਮਾਰਨ ਹਾਰੂ, ਕਹਿੰਦੇ ਜਿਹੜਾ ਮੇਰੇ ਭਰਾ ਦਾ ਦੁਸ਼ਮਣ ਮਾਰਨ ਵਾਲਾ ਹਥਿਆਰਾ ਹੈ, ਦੇਹ ਕੋ ਇਹ ਉਪਾਸਨ ਕਾਰੂ, ਤੇ ਉਸ ਦਾ ਭਗਤ ਬਣਿਆ ਉਹਦੀ ਉਪਾਸਨਾ ਭਗਤੀ ਕਰਦਾ ਹੈ। ਨਿਜ ਪਰਿਵਾਰ ਸਰਬ ਕੋ ਤਿਆਗੀ, ਤੋ ਕਹਿੰਦੇ ਸਾਰੇ ਪਰਿਵਾਰ ਨੂੰ ਛੱਡ ਕੇ ਭਇਓ ਬਿਸ਼ਨ ਚਰਨਨ ਅਨਰਾਗੀ, ਇਹ ਇਕੱਲਾ ਹੀ ਕਹਿੰਦੇ ਵਿਸ਼ਨੂੰ ਦੇ ਚਰਨਾਂ ਦਾ ਕਹਿੰਦੇ ਪ੍ਰੇਮੀ ਬਣਿਆ ਹੋਇਆ ਹੈ। ਜੋ ਨਿਜ ਸੁਤ ਪਰਹਿਤ ਕੋ ਚਾਹੀ, ਜਿਹੜਾ ਹੋਵੇ ਤੇ ਆਪਣਾ ਪੁੱਤ ਤੇ ਦੂਜਿਆਂ ਦਾ ਭਲਾ ਸੋਚੇ। ਸੋ ਰਿਪ ਸਮ ਲਖੀਏ ਮਨ ਮਾਹੀ, ਜਾਣ ਲਓ ਮਨ ਵਿੱਚ ਵੀ ਉਹ ਤੇ ਦੁਸ਼ਮਣ ਦੇ ਬਰਾਬਰ ਹੁੰਦਾ ਹੈ। ਜੋ ਪਰਸੁਤ ਆਪਣੋ ਹਿਤਕਾਰੀ, ਭਾਵੇਂ ਪੁੱਤ ਕਿਸੇ ਦਾ ਹੋਵੇ ਜਿਹੜਾ ਆਪਣਾ ਪ੍ਰੇਮੀ ਬਣ ਜਾਏ, ਸਾਡਾ ਹਿੱਤ ਕਰੇ। ਪੁੱਤਰ ਸਮਾਨ ਦਿਜੇ ਸੁਖ ਭਾਰੀ, ਤੇ ਉਹ ਪੁੱਤਰ ਦੇ ਬਰਾਬਰ ਹੋ ਕੇ ਭਾਰੀ ਸੁੱਖ ਦੇਣ ਵਾਲਾ ਹੁੰਦਾ ਹੈ। ਇਸ ਪ੍ਰਕਾਰ ਸਮਝੋ ਮਨ ਮਾਹੀ, ਇਹੋ ਮਨ 'ਚ ਸਮਝ ਲਓ ਇਹ ਮੇਰਾ ਪੁੱਤਰ ਹੀ ਨਹੀਂ। ਕਿਉਂਕਿ ਭਾਵੇਂ ਮੇਰਾ ਪੁੱਤਰ ਜਦੋਂ ਮੇਰਾ ਹੀ ਦੁਸ਼ਮਣ ਦੇ ਨਾਲ ਪ੍ਰੇਮ ਕਰੀ ਬੈਠਾ ਹੈ, ਤੇ ਫਿਰ ਮੇਰਾ ਕਾਹਦਾ ਪ੍ਰੇਮੀ ਹੈ, ਪੁੱਤਰ ਹੈ। ਮਾਰਹੁ ਬੇਗ ਪੁੱਤਰ ਮਮ ਨਾਹੀ, ਇਸ ਨੂੰ ਫੜ ਕੇ ਛੇਤੀ ਨਾਲ ਮਾਰ ਦਿਓ, ਮੇਰਾ ਪੁੱਤਰ ਨਹੀਂ ਆ ਇਹ। ਸੁਨੀ ਸੇਵਕਨ ਗਿਰਾ ਕਠੋਰਾ, ਜਦੋਂ ਬੜੀ ਕਰੜੀ ਗੱਲ ਸੇਵਕਾਂ ਨੇ ਸਰਵਣ ਕੀਤੀ ਤਾਂ ਦਾਨਵ ਉੱਠੇ ਭਿਆਨਕ ਘੋਰਾ, ਭਿਆਨਕ ਜਿਹੜੇ ਇਹਦੇ ਜਲਾਦਾਂ ਵਰਗੇ ਕਹਿੰਦੇ ਦੈਂਤ ਸੀ ਉੱਠ ਪਏ। ਦੀਰਘ ਦਾਤ ਤਰਸੂਲ ਹੈ ਹਾਥਾ, ਕਹਿੰਦੇ ਬੜੇ ਬੜੇ ਦੰਦ ਨੇ ਇਹਨਾਂ ਦੇ, ਤਰਸੂਲਾਂ ਹੱਥ 'ਚ ਫੜੀਆਂ ਨੇ। ਤਾਬਰ ਬਰਨ ਬਿਥਰੇ ਕੱਚ ਮਾਥਾ, ਕਹਿੰਦੇ ਇਹਨਾਂ ਦੇ ਇਸ ਪ੍ਰਕਾਰ ਕੇਸ ਜਿਹੜੇ ਸੀ ਸਿਰ ਦੇ ਉੱਤੇ ਖਿਲਰੇ ਹੋਏ ਸਨ। ਧਰਹੋ ਮਾਰਹੁ ਕਰ ਡਾਂਟੇ, ਤੋ ਕਹਿੰਦੇ ਫੜ ਕੇ ਮਾਰ ਲਓ ਫੜੋ ਮਾਰ ਦਿਓ, ਧਰ ਦਿਓ ਉਹਦੇ ਸਿਰ ਦੇ ਵਿੱਚ। ਇਹੋ ਕਹਿੰਦੇ ਨੇ ਸਾਰੇ ਡਾਂਟਣ ਲੱਗ ਪਏ, ਮੈਨੂੰ ਡਰਾਉਣ ਲੱਗ ਪਏ। ਵੇਗ ਸਰੀਰ ਦੇਹੋ ਇਸ ਕਾਟੇ, ਕਹਿੰਦੇ ਇਹਦੇ ਸਰੀਰ ਨੂੰ ਕੱਟ ਦਿਓ, ਕਰ ਦਿਓ ਟੁਕੜੇ ਟੁਕੜੇ। ਏਕੇ ਬਾਰ ਸ਼ਸਤਰ ਸਭ ਡਾਰੇ, ਹੁਣ ਹਰਨਾਕਸ਼ ਨੇ ਕਿਹਾ ਫੜੋ ਮਾਰ ਦਿਓ ਮੇਰੇ ਸਾਹਮਣੇ। ਤੇ ਇਹਦੇ ਹੁਣ ਜਿਹੜੇ ਕੋਲ ਇਸ ਦੇ ਅੰਗ ਰੱਖਿਅਕ ਹੋਣਗੇ ਜਾਂ ਇਹਦੇ ਨੌਕਰ ਚਾਕਰ ਸਨ ਹਥਿਆਰਬੰਦ, ਉਹਨਾਂ ਸਾਰੇ ਇੱਕੋ ਵਾਰੀ ਕਹਿੰਦੇ ਮੇਰੇ ਤੇ ਹਥਿਆਰਾਂ ਦਾ ਵਾਰ ਕੀਤਾ। ਖੜਗ ਸਖਤ ਤਰਸੂਲਹਿ ਮਾਰੇ, ਕਿਸੇ ਨੇ ਤਲਵਾਰ ਸੀ, ਕਿਸੇ ਕੋਲ ਸ਼ਕਤ ਬਰਸ਼ੀ ਸੀ, ਕਿਸੇ ਕੋਲ ਤਰਸੂਲ ਸੀ, ਸਭਨਾਂ ਨੇ ਮਾਰੇ ਮੇਰੇ ਤੇ। ਬਿਫਲ ਪ੍ਰਯਾਸ ਤਿਨਹਿ ਪ੍ਰਭ ਖੋਵਾ, ਪਰਮੇਸ਼ਵਰ ਨੇ ਕਿਰਪਾ ਕੀਤੀ, ਇਹਦਾ ਸਾਰਾ ਯਤਨ ਨਿਸਫਲ ਕਰ ਦਿੱਤਾ। ਕੋਈ ਸ਼ਸਤਰ ਕਾਟ ਨਹੀਂ ਕਰ ਸਕਿਆ। 5 ਸਾਲ ਦਾ ਬੱਚਾ ਹੈ,
ਕਹਿੰਦੇ ਕੋਈ ਹਥਿਆਰ ਨੇ ਅਸਰ ਨਹੀਂ ਕੀਤਾ ਜਦੋਂ। ਰੋਮ ਨ ਇੱਕ ਹੈ ਬਾਕੇ ਹੋਆ। ਕਹਿੰਦੇ ਇਹਨਾਂ ਨੇ ਜ਼ੋਰ ਲਾ ਲਿਆ, ਕਹਿੰਦੇ ਇੱਕ ਰੋਮ ਵੀ ਪ੍ਰਹਲਾਦ ਕਹਿੰਦਾ ਵੀ ਮੇਰਾ ਟੇਢਾ ਨਹੀਂ ਹੋ ਸਕਿਆ ਇਹਨਾਂ ਕੋਲੋਂ। ਏਕ ਓੰਕਾਰ ਬਿਮੁਖ ਨਰ ਜੋਊ। ਤੋ ਕਹਿਣ ਲੱਗੇ ਭਾਈ ਸਾਹਿਬ, ਕਹਿੰਦੇ ਨੇ ਜਿਹੜੇ ਇੱਕ ਓੰਕਾਰ ਪਰਮੇਸ਼ਰ ਤੋਂ ਬੇਮੁਖ ਲੋਕ ਹਨ, ਜਿਉ ਤਿਹ ਕਿਰਿਆ ਬੇਫਲ ਹੋਇ ਸੋਊ। ਉਹਨਾਂ ਦੀ ਕਹਿੰਦੇ ਸਾਰੀ ਕਿਰਿਆ ਵਿਫਲ ਹੋ ਜਾਂਦੀ ਹੈ। ਦੈਤ ਰਾਜ ਨਿਜ ਨੈਣਨ ਦੇਖਾ। ਇਹ ਹਰਨਾਕਸ਼ ਰਾਜੇ ਨੇ ਆਪਣੀ ਅੱਖਾਂ ਨਾਲ ਸਾਹਮਣੇ ਸਾਰਾ ਕੁਝ ਦੇਖ ਲਿਆ ਜਦੋਂ। ਸੰਕਟ ਭਾ ਮਨ ਮਾਹੇ ਬਸੇਖਾ। ਬੜੇ ਭਾਰੀ ਮਨ 'ਚ ਸ਼ੰਕਾ ਹੋਈ ਵੀ ਇਹ ਕੀ ਗੱਲ ਬਣੀ ਭਾਈ। ਕਹਿੰਦੇ ਆਪਾਂ ਐਡੇ ਵੱਡੇ ਦੈਂਤ, ਇੰਨੇ ਮੈਂ ਬਾਰ ਬ੍ਰਹਮਾ ਤੋਂ ਤੇ ਸਾਡੇ ਕੋਲ 5 ਸਾਲ ਦਾ ਬੱਚਾ ਨਹੀਂ ਮਰਿਆ। ਬੋਲਿਓ ਬਚਨ ਮਰਤ ਨਹਿ ਐਸੇ। ਕਹਿਣ ਲੱਗਾ ਵੀ ਗੱਲ ਏਦਾਂ ਵੀ ਏਦਾਂ ਨਹੀਂ ਨਾ ਮਰਿਆ ਇਹ, ਮੈਂ ਦੱਸਦਾ ਕਿੱਦਾਂ ਮਾਰਨਾ ਇਹਨੂੰ। ਔਰ ਉਪਾਵ ਕਰੋ ਕਹਿ ਜੈਸੇ। ਤੁਸੀਂ ਇਸ ਤਰ੍ਹਾਂ ਜਿੱਦਾਂ ਮੈਂ ਕਹਿੰਦਾ ਨਾ, ਹੋਰ ਯਤਨ ਕਰੋ ਇਹਨੂੰ ਮਾਰਨ ਦੇ। ਗਜ ਆਗੇ ਗਹਿ ਇਹ ਚਿਰਾਬ ਹੋ। ਕਹਿੰਦੇ ਹਾਥੀ ਦੇ ਅੱਗੇ ਰੱਖ ਕੇ ਨਾ ਇਹਨੂੰ ਕਹੋ, ਹਾਥੀ ਦੀ ਸੁੰਡ ਨਾਲ ਚੀਰ ਦਿਓ, ਇਹਨੂੰ ਫੜ ਕੇ ਮਾਰ ਦਿਓ। ਸਰਪਨ ਤੇ ਸਭ ਅੰਗ ਡਸਾਵ ਹੋ। ਜਾਂ ਸੱਪਾਂ ਵਾਲੇ ਅੰਦਰ ਚ ਬੰਦ ਕਰਕੇ ਤੋ ਸੱਪਾਂ ਤੋਂ ਡੰਗ ਮਰਵਾਓ ਤੇ ਆਪੇ ਮਰ ਜੂਗਾ। ਜੇਕਰ ਤਹ ਤੇ ਹੋਏ ਉਬਾਰਾ। ਤੇ ਜੇ ਉਥੋਂ ਵੀ ਬਚ ਜਾਵੇ, ਮਾਰੋ ਬਿਖ ਦੇ ਬੀਚ ਆਹਾਰਾ। ਇਹਨੂੰ ਭੋਜਨ ਵਿੱਚ ਜ਼ਹਿਰ ਦੇ ਕਰਕੇ ਜ਼ਹਿਰ ਖਵਾ ਦਿਓ, ਧੋਖੇ ਨਾਲ ਇਹਨੂੰ ਮਾਰ ਦਿਓ। ਸੁਨ ਕਰ ਕੀਨੇ ਸਰਬ ਉਪਾਈ। ਕਹਿੰਦੇ ਇਹ ਸਾਰੇ ਯਤਨ ਕੀਤੇ ਪ੍ਰਹਲਾਦ ਦੇ ਉੱਤੇ, ਭਈ ਜ਼ਹਿਰ ਵੀ ਦਿੱਤਾ, ਸੱਪਾਂ ਦੇ ਅੰਦਰ ਵੀ ਬੰਦ ਕੀਤਾ। ਬਾਣੀ 'ਚ ਵੀ ਜ਼ਿਕਰ ਹੈ, ਪ੍ਰਹਲਾਦ ਕੋਠੇ ਵਿੱਚ ਰਾਖਿਆ ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨ ਡਰੀ ਮੇਰੇ ਅੰਤਰ ਗੁਰ ਗੋਪਾਲਾ। ਤੋ ਕਹਿੰਦੇ ਇਸ ਤਰ੍ਹਾਂ ਦੇ ਨਾਲ ਸੱਪਾਂ ਦੇ ਅੰਦਰ ਬੰਦ ਕੀਤਾ, ਪਰ ਕਹਿੰਦੇ ਕੋਈ ਅਸਰ ਨਹੀਂ ਹੋਇਆ। ਸੋ ਜਿਹੜਾ ਇਸ ਪ੍ਰਕਾਰ ਕਹਿੰਦੇ ਨੇ ਇਹਨਾਂ ਸੋਚਿਆ ਜ਼ਹਿਰੀਲੇ ਸੱਪ ਉਹਨੇ ਡੰਗ ਮਾਰਨਗੇ, ਤੇ ਪ੍ਰਹਲਾਦ ਬੈਠਾ ਰੱਬ ਦੀ ਭਗਤੀ ਕਰਦਾ। ਹੁਣ ਸੱਪਾਂ ਦੇ ਵਿੱਚ ਵੀ ਰੂਹ ਆਤਮਾ ਤੇ ਉਹੀ, ਉਹ ਸਾਰਿਆਂ ਵਿੱਚ ਰੂਹ ਰੱਬ ਦੀ ਦੇਖਦਾ। ਉਹ ਸੱਪ ਉਹਦੇ ਨਾਲ ਪਿਆਰ ਕਰਦੇ ਨੇ, ਉਹਦੇ ਗਲ 'ਚ ਫਿਰਦੇ ਨੇ, ਸਿਰ ਤੇ ਕੋਈ ਕਹਿੰਦਾ ਹੀ ਕੁਛ ਨਹੀਂ। ਇਸ ਤਰ੍ਹਾਂ ਦੀ ਕਹਿੰਦੇ ਨੇ ਜਿਸ ਵੇਲੇ ਯਤਨ ਨਿਸਫਲ ਹੋ ਗਏ ਸਾਰੇ। ਗਜ ਇਹ ਬਿਖ ਤੇ ਦੁਖ ਨਹਿਰਾਈ। ਤੋ ਕਹਿੰਦੇ ਨੇ ਭਾਵੇਂ ਹਾਥੀ ਅੱਗੇ ਵੀ ਸੁੱਟਿਆ ਹੈ, ਸੱਪਾਂ ਦੇ ਅੱਗੇ ਵੀ ਸੁੱਟਿਆ ਹੈ, ਤੇ ਇਸ ਪ੍ਰਕਾਰ ਜ਼ਹਿਰ ਵੀ ਦਿੱਤੀ। ਕਹਿੰਦੇ ਰਾਈ ਜਿੰਨਾ ਅਸਰ ਨਹੀਂ ਹੋਇਆ ਸਰੀਰ ਤੇ ਕਿਸੇ ਕਿਸਮ ਦਾ। ਸ੍ਰੀ ਕਰਤਾਰ ਭਇਓ ਰਖਵਾਰਾ। ਕਹਿੰਦੇ ਕਰਤਾਰ ਜਿਸ ਦੀ ਭਗਤੀ ਕਰਦੇ ਸੀ, ਰੱਬ ਨੇ ਰੱਖਿਆ ਕੀਤੀ। ਕਹੋ ਕੌਣ ਤਿਹ ਸਕੇ ਜੋ ਮਾਰਾ। ਭਾਈ ਜਦੋਂ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਜਦੋਂ ਮਾਲਿਕ ਪਰਮੇਸ਼ਰ ਰਖਵਾਲਾ ਹੋਵੇ ਤਾਂ ਕਹਿੰਦੇ ਫਿਰ ਉਸ ਨੂੰ ਕੌਣ ਮਾਰ ਸਕਦਾ ਹੈ। ਬਹੁਰੋ ਦੇਹ ਬਾਦ ਕਰ ਮੇਰਾ। ਤਾਂ ਕਹਿੰਦੇ ਇਸ ਪ੍ਰਕਾਰ ਇਹਨਾਂ ਨੇ ਕੀਤਾ, ਸਰੀਰ ਨੂੰ ਬੰਨ੍ਹ ਲਿਆ। ਅਤ ਉਤੰਗ ਗਿਰ ਤੇ ਗਹਿ ਗੇਰਾ। ਤਾਂ ਕਹਿੰਦੇ ਵੱਡੇ ਭਾਰੀ ਪਹਾੜ ਤੋਂ ਨਾ ਮੇਰੇ ਕਹਿੰਦੇ ਹੱਥ ਪੈਰ ਬੰਨ੍ਹ ਕਰਕੇ ਵੱਡੇ ਪਹਾੜ ਤੋਂ ਸੁੱਟ ਦਿੱਤਾ। ਬਹੁਤ ਬਾਰਲੇ ਬਾਰ ਡੁਬਾਇਓ। ਫਿਰ ਉਹ ਤੋਂ ਵੀ ਕਹਿੰਦੇ ਕੁਛ ਨਹੀਂ ਹੋਇਆ। ਫਿਰ ਬੜੇ ਬੜੇ ਪੱਥਰ ਪਹਾੜ ਜਿਹੜੇ ਸੀ, ਪਹਾੜ ਤੇ ਬੜੇ ਬੜੇ ਪੱਥਰ ਦਰਖਤ ਸੀ, ਕਹਿੰਦੇ ਰੂਹ ਦੇ ਗੋੜੇ ਗਦੇਲੇ ਬਣ ਗਏ, ਕੁਛ ਵੀ ਨਹੀਂ, ਕੁਛ ਢੇੜ ਤੱਕ ਨਹੀਂ ਆਈ। ਉਹਨਾਂ ਰੇੜ ਦਿੱਤਾ ਵੱਡੇ ਪਹਾੜ ਤੋਂ। ਫਿਰ ਕਹਿੰਦੇ ਬਹੁਤ ਵਾਰੀ ਫੜ ਫੜ ਕੇ ਪਾਣੀ 'ਚ ਡੋਬੇ ਦਿੱਤੇ, ਗੋਤੇ ਦੇ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਕਰ ਪ੍ਰਚੰਡ ਪਾਵਕ ਮਹਿ ਪਾਇਓ। ਵੱਡੀ ਭਾਰੀ ਅੱਗ ਬਾਲ ਕਰਕੇ ਅੱਗ ਦੇ ਵਿੱਚ ਵੀ ਸਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਕਿਤਕ ਦਿਵਸ ਨਹਿ ਦਇਓ ਆਹਾਰੂ। ਤੇ ਫਿਰ ਕਈ ਦਿਨ ਭੋਜਨ ਨਹੀਂ ਦਿੱਤਾ, ਵੀ ਭੁੱਖਾ ਹੀ ਮਰ ਜਾਊਗਾ ਬੱਚਾ। ਮਾਰਨ ਚਾਹਤ ਅਨਕ ਪ੍ਰਕਾਰੂ। ਅਨੇਕ ਤਰੀਕਿਆਂ ਦੇ ਨਾਲ ਮਾਰਨਾ ਚਾਹੁੰਦੇ ਸਨ। ਸਭ ਉਪਾਏ ਭੇ ਬਾਦ ਤਿਨੂ ਕੇ। ਉਹਨਾਂ ਦੇ ਜਿੰਨੇ ਯਤਨ ਕੀਤੇ ਨਾ, ਤਸੀਹੇ ਦਿੱਤੇ ਨੇ, ਯਤਨ ਕੀਤੇ ਮਾਰਨ ਦੇ, ਸਭ ਵਿਅਰਥ ਚਲ ਗਏ। ਜਦੋਂ ਮਨ ਚਿੰਤਾ ਪੇ ਅਦਕ ਜਿਨੂ ਕੇ। ਮਨ ਵਿੱਚ ਬੜੀ ਭਾਰੀ ਚਿੰਤਾ ਹੋ ਗਈ ਵੀ ਸਾਡਾ ਕੋਈ ਵੀ ਯਤਨ ਨਹੀਂ ਚੱਲਦਾ ਇਹਨੂੰ ਮਾਰਨ ਵਾਸਤੇ। ਦੋਹਰਾ ਹਰਨ ਕਸ਼ਪ ਅਵਲੋਕ ਕੈ। ਕਹਿੰਦੇ ਵੇਖ ਕਰਕੇ ਨਾ ਇਸ ਰਾਜੇ ਹਰਨਾਕਸ਼ ਨੇ ਚਿੰਤਾ ਜਗੀ ਬਿਲਾਸ ਬਿਸਾਲ। ਬੜੀ ਭਾਰੀ ਮਨ ਵਿੱਚ ਚਿੰਤਾ ਜਾਗੀ ਤੇ ਮਨ ਫਿਕਰ ਹੋ ਗਿਆ ਇਸ ਨੂੰ। ਸਭ ਉਦਮ ਨਿਸਫਲ ਗਏ। ਬਥੇਰੇ ਉਦਮ ਕੀਤੇ ਨੇ ਮਾਰਨ ਦੇ, ਕਹਿੰਦੇ 5 ਸਾਲਾਂ ਦਾ ਬੱਚਾ ਸਾਡੇ ਪੇਸ਼ ਨਹੀਂ ਜਾਂਦੀ ਕੋਈ। ਮਾਰਿਓ ਮਰਤ ਨ ਬਾਲ। ਇਹ ਬੱਚਾ ਮਾਰਿਆ ਵੀ ਨਹੀਂ ਮਰਦਾ ਹੈ ਸਾਡੇ ਕੋਲੋਂ। ਚੌਪਈ ਮੈਂ ਭਿਆਨਕ ਕਟ ਬਚਨ ਉਚਾਰੇ। ਤੋ ਕਹਿੰਦੇ ਇਸ ਪ੍ਰਕਾਰ ਬੜੇ ਭਾਰੀ ਕਠੋਰ ਕਹਿੰਦਾ ਮੈਂ ਬਚਨ ਕੀਤੇ। ਹਰਨਾਕਸ਼ ਕਹਿ ਰਿਹਾ ਇਸ ਬੱਚੇ ਨੂੰ ਬਥੇਰੇ ਭਿਆਨਕ ਕੌੜੇ ਕੌੜੇ ਬਚਨ ਵੀ ਕਹੇ ਡਰਾਇਆ ਹੈ। ਸੁਣ ਕਰ ਇਹ ਉਰ ਹਰਖ ਅਪਾਰੇ। ਤੇ ਕਹਿੰਦੇ ਜਿਵੇਂ ਜਿਵੇਂ ਮੈਂ ਕ੍ਰੋਧ ਵਿੱਚ ਇਸ ਨੂੰ ਕੁਛ ਕਹਿੰਦਾ, ਇਹ ਅੱਗੋਂ ਖੁਸ਼ ਹੁੰਦਾ, ਹੱਸਦਾ ਹੈ, ਇਹਦੇ ਤੇ ਅਸਰ ਹੀ ਕੋਈ ਨਹੀਂ ਹੁੰਦਾ। ਅਮਿਤ ਪ੍ਰਭਾਵ ਤੇਜ ਨਹਿ ਥੋਰਾ। ਕਹਿੰਦੇ ਬਹੁਤ ਭਾਰੀ ਤੇਜ ਕੋਈ ਥੋੜਾ ਨਹੀਂ, ਬੜਾ ਭਾਰੀ ਪ੍ਰਭਾਵ ਹੈ। ਨਿਹਚ ਇਹ ਸਤਰ ਇਹ ਮੋਰਾ। ਕਹਿੰਦਾ ਵੀ ਇਹ ਜਿਹੜਾ ਹੁਣ ਇੰਨਾ ਅਸੀਂ ਯਤਨ ਕਰ ਲਿਆ ਨਾ, ਹੁਣ ਦੁਸ਼ਮਣ ਸਮਝਿਆ ਇਹਨਾਂ ਨੇ, ਪ੍ਰਹਲਾਦ ਨੇ ਤੇ ਕੁਛ ਨਹੀਂ ਕਿਹਾ, ਉਹ ਤੇ ਭਗਤ ਸੀ।
ਦੁਸ਼ਮਣੀ ਇਹਨਾਂ ਨੇ ਕੀਤੀ ਹੈ। ਸੋ ਜਿਸ ਵੇਲੇ ਕਹਿੰਦੇ ਨੇ ਵੀ ਇਹ ਤਾਂ ਹੁਣ ਨਿਸ਼ਚਾ ਹੋ ਗਿਆ ਵੀ ਮੈਨੂੰ ਮਾਰੂਗਾ, ਇਹ ਮੇਰਾ ਦੁਸ਼ਮਣ ਹੈ, ਇਹ ਸੰਗ ਬਦਿਓ ਵਿਸਾਲ ਵਿਰੋਧਾ, ਹੁਣ ਇਹਦੇ ਨਾਲ ਮੇਰਾ ਭਾੜੀ ਵੈਰ ਵੱਧ ਗਿਆ ਹੈ। ਮਰਨੋ ਹੋਏ ਹੋਤ ਔਰ ਬੋਧਾ, ਤਾਂ ਕਹਿੰਦੇ ਮੈਨੂੰ ਇਸ ਗੱਲ ਦਾ ਗਿਆਨ ਹੋ ਗਿਆ। ਹਰਨਾਕਸ਼ ਕਹਿੰਦਾ ਹੈ ਕਿ ਬਸ ਮੇਰਾ ਹੁਣ ਮੌਤ ਹੀ ਹੋਏਗੀ, ਜਦੋਂ ਮੈਂ ਮਾਰਦਾ ਇਹ ਨਹੀਂ ਮਰਦਾ ਤੇ ਫਿਰ ਮੈਨੂੰ ਮਾਰੂਗਾ। ਕਹਿੰਦੇ ਗੱਲ ਤਾਂ ਹੁਣ ਇਉਂ ਲੱਗਦੀ ਐ। ਇਸ ਪ੍ਰਕਾਰ ਚਿੰਤਾ ਮੈਂ ਦੀਨਾ, ਤਾਂ ਇਸ ਚਿੰਤਾ ਵਿੱਚ ਬੜਾ ਦੀਨ ਅਧੀਨ ਹੋ ਗਿਆ। ਜਦੋਂ ਸ੍ਰੀ ਹੱਥ ਹੋਇਓ ਬਦਨ ਔਰ ਮਲੀਨਾ, ਕਹਿੰਦੇ ਜਿਹੜੇ ਸਰੀਰ ਦੀ ਸੋਭਾ ਸੀ ਨਾ, ਇਸ ਦੀ ਬੜਾ ਆਪਣੇ ਆਪ ਸੀਗਾ। ਕਹਿੰਦੇ ਇਹਦਾ ਚਿਹਰਾ ਮੁਰਝਾ ਗਿਆ। ਮੌਤ ਦਾ ਡਰ ਜਿਹੜਾ ਬੜਾ ਭਾਰੀ ਹੁੰਦਾ, ਜਿਹਨੂੰ ਡਰ ਲੱਗੇ। ਪਰਮੇਸ਼ਰ ਦੇ ਪਿਆਰੇ ਹੀ ਨੇ ਜਿਹੜੇ ਭਾਈ ਮਾਲਕ ਕਿਰਪਾ ਕਰਕੇ ਇਸ ਭੈ ਤੋਂ ਰੱਖਿਆ ਕਰਦਾ ਹੈ। ਨਹੀਂ ਤਾਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅੱਗੇ ਇਤਿਹਾਸ ਆਉਣਾ ਹੈ, ਉਹਦੇ ਵਿੱਚ ਧੰਨ ਸਤਿਗੁਰੂ ਨੇ ਪੈਂਦੇ ਖਾਨ ਨੂੰ ਪਾਲਿਆ ਸੀ, ਪਠਾਨ ਪੁੱਤਰ ਨੂੰ। ਸੋ ਬੜਾ ਭਾਰੀ ਖੁਰਾਕਾਂ ਦੇ ਦੇ ਕੇ ਪਾਲਿਆ ਸੀ, ਤਾਂ ਬਹੁਤ ਬਲੀ ਦੱਸਿਆ ਹੈ। ਦੋ ਬੜੇ ਝੋਟੇ ਭਿੜਦੇ ਹੋਣ ਮਾਲੀ, ਤੇ ਉਹਨਾਂ ਨੇ ਇੱਕ ਟੱਕਰ ਮਾਰਿਆ, ਦੂਜੀ ਵਾਰੀ ਸਿੰਘਾਂ ਤੋਂ ਫੜ ਕੇ ਖੜ ਜਾਏ ਤੇ ਉਹ ਟੱਕਰ ਨਹੀਂ ਸੀ ਮਾਰ ਸਕਦੇ, ਇੰਨੀ ਇਹਦੇ ਬਲ ਸੀ। ਚਾਂਦੀ ਦਾ ਰੁਪਈਆ ਐਦਾਂ ਚੁਟਕੀ 'ਚ ਫੜ ਕੇ ਤੇ ਉਹਨੂੰ ਮਲ ਕੇ ਨਾ ਅੰਗੂਠੇ ਤੇ ਉਂਗਲ ਨਾਲ ਹੀ ਉਹਦੇ ਅੱਖਰ ਮੇਟ ਦਿੰਦਾ ਸੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਨਾਰੀਅਲ ਕਿੱਡਾ ਸਖਤ ਹੁੰਦਾ ਹੈ, ਇੱਥੇ ਕੂਣੀ 'ਚ ਰੱਖ ਕੇ ਐਦਾਂ ਫੇਰ ਦਿੰਦਾ ਸੀ। ਇਹੋ ਜਿਹਾ ਬਲ ਸੀ। ਹਾਥੀ ਤੁਰਿਆ ਜਾਂਦਾ ਹੋਵੇ, ਪੂਛ ਤੋਂ ਫੜ ਲਵੇ, ਹਾਥੀ ਅੱਗੇ ਕਦਮ ਨਹੀਂ ਪੁੱਟ ਸਕਦਾ ਸੀ। ਜਿਸ ਵੇਲੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਨੇ ਬਚਨ ਕੀਤਾ, ਮਹਾਰਾਜ ਕਹਿੰਦੇ ਵੀ ਪੈਂਦੇ ਖਾ ਵੀ 7 ਦਿਨਾਂ ਤੂੰ ਮਰ ਜਾਣਾ ਹੈ। ਜਿਹੜੇ 7 ਦਿਨ ਮੌਤ ਚੇਤੇ ਆ ਗਈ, ਸਭ ਕੁਝ ਭੁੱਲ ਗਿਆ। 7 ਦਿਨਾਂ ਤੋਂ ਬਾਅਦ ਆਇਆ ਤੇ ਕਮਜ਼ੋਰ ਹੋਇਆ ਹਿੱਲ ਨਾ ਸਕੇ। ਕਹਿੰਦਾ ਮਹਾਰਾਜ ਤੁਸੀਂ ਕਹਿੰਦੇ 7 ਦਿਨਾਂ 'ਚ ਮਰ ਜਾਣਾ। ਮਹਾਰਾਜ ਮਰਿਆ ਤੇ ਮੈਂ ਹੈ ਨਹੀਂ। ਮਹਾਰਾਜ ਕਹਿੰਦੇ ਮਰੇਗਾ ਤਾਂ 7 ਹੀ ਦਿਨਾਂ 'ਚ, ਦਿਨ ਤੇ 7 ਹੀ ਨੇ। ਪਰ ਇਹ ਦੇਖ ਲੈ, ਤੂੰ ਕਹਿੰਦਾ ਮੈਂ ਬਹੁਤ ਬਲੀ ਐ ਇਸ ਪ੍ਰਕਾਰ, ਤੇ ਹੁਣ ਦੱਸ। ਕਹਿੰਦਾ ਮਹਾਰਾਜ ਹੁਣ ਤਾਂ ਤਿਨਕਾ ਤੋੜਨ ਦੀ ਸ਼ਕਤੀ ਵੀ ਨਹੀਂ ਰਹੀ ਹੈ। ਮਹਾਰਾਜ ਕਹਿੰਦੇ ਖੁਰਾਕ ਘੱਟ ਵੀ, ਕਹਿੰਦੇ ਮਿਲਿਆ ਸਾਰਾ ਕੁਛ ਹੈ, ਡਰ ਹੀ ਆ ਗਿਆ ਮੌਤ ਦਾ। ਤੇ ਇਸ ਪ੍ਰਕਾਰ ਇਹ ਮੌਤ ਦਾ ਭੈ ਹੈ ਜਿਹੜਾ ਸੰਡਾ ਮਰਕਾ ਲੱਖ ਗਤ ਤਾਸੂ, ਜਦੋਂ ਸੰਡੇ ਤੇ ਮਰ ਕੇ ਇਹਨਾਂ ਉਸਤਾਦਾਂ ਨੇ ਜਿਸਲੇ ਹਰਨਾਕਸ਼ ਦੀ ਹਾਲਾਤ ਇਹੋ ਜਿਹੀ ਦੇਖੀ, ਹੁਣ ਨਾ ਚਿਹਰੇ ਦੀ ਸੋਭਾ ਰਹੀ ਹੈ, ਉਸੇ ਵੇਲੇ ਹੀ ਸੋ ਮਨ ਕੰਬਦਾ, ਅੰਦਰੋਂ ਸਰੀਰ ਸਿਥਲ ਹੋ ਗਿਆ। ਲੈ ਕਰ ਗਏ ਇਕੰਤ ਅਵਾਸੂ, ਉਹਨੂੰ ਘਰ ਦੇ ਵਿੱਚ ਇਕੱਲੇ ਨੂੰ ਲੈ ਗਏ, ਪਾਸੇ ਲੈ ਗਏ ਹਨ। ਸਮਝਾਵਾ ਕਹਿ ਮਦਰੀ ਬਾਣੀ, ਬੜੇ ਮਿੱਠੇ ਬਚਨ ਕਰਕੇ ਸਮਝਾਉਣ ਲੱਗੇ, ਰਾਜਾ ਸਾਹਿਬ ਅਸੀਂ ਤੈਨੂੰ ਦੱਸਦੇ ਆਂ, ਸੁਣੋ। ਸੁਨ ਸਤੇਸ ਕਸ ਚਿੰਤਾ ਠਾਨੀ, ਤੁਸੀਂ ਰਾਜਾ ਸਾਹਿਬ ਕਿਹੜੀ ਗੱਲ ਦੀ ਚਿੰਤਾ ਕਰਦੇ ਹੋ, ਇਸ ਵਾਸਤੇ ਸੁਣੋ ਸਾਡੀ ਗੱਲ ਤੈਨੂੰ ਦਸੀਏ। ਤਬ ਲੋਕੈ ਪ੍ਰਗਟੀ ਬਾਕੀ, ਤੁਹਾਡੇ ਟੇਢੇ ਪ੍ਰਵੱਟੇ ਗੁੱਸੇ ਵਿੱਚ ਹੋਇਆਂ ਨੂੰ ਤੱਕ ਕਰਕੇ ਤਰੈ ਲੋਕਨ ਸੁਧ ਰਹੇ ਨਾ ਕਾਕੀ, ਤਿੰਨਾਂ ਲੋਕਾਂ ਨੂੰ ਕਿਸੇ ਗੱਲ ਦੀ ਸੋਝੀ ਨਹੀਂ ਰਹਿੰਦੀ। ਐਡਾ ਤੁਹਾਡਾ ਪ੍ਰਤਾਪ ਹੈ, ਕਿਉਂ ਘਬਰਾਉਨੇ ਤੁਸੀਂ? ਸਿਸ ਕੀ ਕੇਤਕ ਬਾਤ ਜੋ ਦੀਨਾ, ਤੋ ਇਸ ਪ੍ਰਕਾਰ ਤੁਸੀਂ ਐਵੇਂ ਕਹਿੰਦੇ ਦੀਨ ਅਧੀਨ ਹੋ ਡਰੇ ਫਿਰਦੇ ਹੋ। ਆ ਬਾਲਕ ਦੀ ਕਿਹੜੀ ਗੱਲ ਹੈ? ਤੁਮਰੇ ਹੈ ਸਭ ਲੋਕ ਅਧੀਨਾ, ਤਿੰਨੇ ਲੋਕ ਤੁਹਾਡੇ ਅਧੀਨ ਹਨ। ਤਜ ਚਿੰਤਾ ਇੱਕ ਸੁਨਹੁ ਉਪਾਈ, ਤੁਸੀਂ ਆਪਣੀ ਚਿੰਤਾ ਛੱਡੋ, ਅਸੀਂ ਦੱਸਦੇ ਤੈਨੂੰ ਇੱਕ ਯਤਨ, ਸਾਡਾ ਤੂੰ ਯਤਨ ਸੁਣ। ਬਰਨ ਪਾਸ ਸੋ ਬੰਦ ਹੋ ਲਿਆਈ, ਤੋ ਇਦਾਂ ਕਰੀਏ, ਕਹਿੰਦੇ ਅਸੀਂ ਆਪੇ ਹੁਣ ਕਰਾਂਗੇ ਯਤਨ ਇਸ ਬੱਚੇ ਨੂੰ ਮਾਰਨ ਦਾ। ਕਹਿੰਦੇ ਇੱਕ ਬਰਨ ਪਾਸ ਹੁੰਦੀ ਹੈ, ਇੱਕ ਫਾਹੀ ਹੁੰਦੀ ਹੈ ਇਸ ਨੂੰ ਬੰਨਣ ਵਾਸਤੇ। ਤੇ ਕਹਿੰਦੇ ਅਸੀਂ ਉਹ ਬਰਨ ਪਾਸ ਪਾ ਕੇ ਬੰਨ੍ਹ ਦਿੰਦੇ ਇਸ ਨੂੰ। ਸ਼ੁਕਰ ਨਕੇਤ ਆਏ ਹੈ ਜੋ ਲਓ, ਤੋ ਜਦੋਂ ਤੱਕ ਸੋ ਸ਼ੁਕਰ ਜੀ ਸਾਡੇ ਜਿਹੜੇ ਬਜ਼ੁਰਗ ਨੇ, ਜਦੋਂ ਤੱਕ ਉਹ ਘਰ ਵਿੱਚ ਆਉਣਗੇ, ਹਮ ਰਾਖੇ ਬੰਦੇ ਇਹ ਤੋ ਲਓ, ਤਾਂ ਉਦੋਂ ਤੱਕ ਅਸੀਂ ਇਸ ਨੂੰ ਉਸ ਵਿਸ਼ੇਸ਼ ਫਾਹੀ ਦੇ ਵਿੱਚ ਬੰਨ੍ਹ ਕੇ ਰੱਖਾਂਗੇ ਜਿਹੜਾ ਕਿਤੇ ਨਹੀਂ ਜਾ ਸਕਦਾ। ਜਾਂ ਕੀ ਹੋਵੇ ਜਬ ਬੈਸ ਵਡੇਰੀ, ਤਾਂ ਜਦੋਂ ਇਸ ਤਰ੍ਹਾਂ ਇਹਦੀ ਉਮਰ ਵੱਡੀ ਹੋ ਜਾਏ, ਹੁਣ ਤੇ ਬੱਚਾ ਜੋ ਹੋਇਆ ਹੱਠ ਕਰ ਬੈਠਾ, ਬਾਲ ਹੱਠ ਬਹੁਤ ਤਗੜਾ ਹੁੰਦਾ ਹੈ। ਉਧਰ ਰਾਜ ਹੱਠ ਹੈ ਤੇਰਾ, ਇਹਦਾ ਬਾਲ ਹੱਠ ਹੈ। ਇਸ ਵਾਸਤੇ ਜਦੋਂ ਇਹ ਵੱਡਾ ਸਿਆਣਾ ਹੋ ਜਾਏਗਾ, ਤਬ ਇਹ ਉਰ ਸਮਤ ਕਨੇਰੀ, ਤਦੋਂ ਇਸ ਨੂੰ ਸੋਹਣੀ ਮੱਤ ਆ ਜਾਵੇਗੀ, ਤੁਸੀਂ ਘਬਰਾਓ ਨਾ। ਸਿੱਖਿਆ ਦੇ ਸ਼ੁਕਰ ਪੁਨ ਆਈ, ਤੋ ਇਉਂ ਕਹਿੰਦੇ ਨੇ। ਸੋ ਆਣ ਕਰਕੇ ਜਦੋਂ ਸ਼ੁਕਰ ਸਾਡਾ ਬਜ਼ੁਰਗ ਆ ਜਾਊਗਾ, ਪਿਤਾ ਸਾਡਾ, ਉਹ ਆਣ ਕੇ ਇਹਨੂੰ ਸਿੱਖਿਆ ਦਊਗਾ ਨਾ, ਤਾਂ ਇਹਦੇ ਭਗਤੀ ਮਾਰਗ ਛੱਡ ਕਰਕੇ ਤੁਹਾਡਾ ਇਹ ਦੈਂਤਾਂ ਦਾ ਮਾਰਗ ਗ੍ਰਹਿਣ ਕਰ ਲੂਗਾ। ਰਾਜਨੀਤ ਸਭ ਲੇਹ ਪੜਾਈ, ਸਾਰੀ ਰਾਜਨੀਤੀ ਪੜ੍ਹਾ ਦੂਗਾ, ਕਿਉਂਕਿ ਰਾਜਨੀਤੀ ਵਿੱਚ ਉਹ ਕੋਈ ਪਾਪ ਪੁੰਨ ਨਹੀਂ ਮੰਨਦੇ।
ਉਹ ਕਹਿੰਦੇ ਨੇ ਜੇ ਰਾਜ ਕਾਇਮ ਰੱਖਣਾ, ਜਿੰਨੇ ਮਾਰਦੇ ਮਾਰ ਦਿਓ ਦੁਨੀਆ ਨੂੰ, ਆਪਣਾ ਰਾਜ ਕਾਇਮ ਚਾਹੀਦਾ ਹੈ। ਤਿੰਨ ਤੇ ਸੁਨ ਕਰ ਅਸ ਦਨ ਜੇਸਾ। ਤੋ ਦਨ ਜੋ ਜਿਹੜੇ ਦੈਂਤਾਂ ਦਾ ਰਾਜਾ ਹੈ, ਇਹ ਸੁਣ ਕਰਕੇ ਉਹਨਾਂ ਦੀ ਗੱਲ ਬਚਨ ਸੁਣੇ ਜਦੋਂ, ਮਾਨ ਬਚਨ ਪੁਨ ਦਈ ਨਿਦੇਸਾ। ਤੋ ਬਚਨ ਮੰਨ ਕਰਕੇ ਆਗਿਆ ਦੇ ਦਿੱਤੀ ਉਸ ਨੂੰ। ਲੈ ਜਾਵੋ ਡਿੱਡ ਬਾਂਧ ਪੜਾਵੋ। ਕਹਿੰਦੇ ਲੈ ਜਾਓ, ਪੱਕਾ ਬੰਨ ਕੇ ਰੱਖੋ ਇਸ ਨੂੰ, ਜਿਹੜੀ ਉਹ ਫਾਈ ਹੁੰਦੀ ਹੈ ਉਹਦੇ ਚ ਪਾ ਕੇ ਬੰਨ ਕੇ ਰੱਖੋ, ਤੇ ਕਹਿੰਦੇ ਨੇ ਇਹਨੂੰ ਪੜਾਓ ਇਸ ਤਰ੍ਹਾਂ। ਧਰਮ ਤਰਬਰਗ ਹੈ ਸਰਬ ਸਿਖਾਵੋ। ਜਿਹੜਾ 3 ਪ੍ਰਕਾਰ ਦਾ ਧਰਮ ਇਹਨੂੰ ਪੜਾਉਣਾ ਹੈ। ਤਿਰਬਰਗ, ਤਿਰਬਰਗ ਹੈ, ਅਸਰਗ ਹੈ। ਜਾਪ ਸਾਹਿਬ, ਤਿਰਬਰਗ ਤੋਂ ਭਾਵ ਹੈ ਕਿ ਜਿਹੜੇ 4 ਪਦਾਰਥ ਨੇ ਨਾ, ਧਰਮ, ਅਰਥ, ਕਾਮ ਤੇ ਚੌਥਾ ਮੋਖ। ਕਹਿੰਦੇ ਮੁਕਤੀ ਦੀ ਗੱਲ ਨਹੀਂ ਪੜਾਉਣੀ ਇਹਨੂੰ। ਇਹ ਤਿਰਬਰਗ 3 ਚੀਜ਼ਾਂ, ਧਰਮ ਸਾਡਾ ਦੈਂਤਾਂ ਦਾ ਧਰਮ, ਤੇ ਅਰਥ ਧਨ ਦੌਲਤ, ਤੇ ਇਸ ਪ੍ਰਕਾਰ ਮਨ ਦੀਆਂ ਕਾਮ ਵਾਸ਼ਨਾ ਪੂਰੀਆਂ ਕਰਨੀਆਂ, ਕਾਮਨਾ। ਇਹ 3 ਗੱਲਾਂ ਹੀ ਪੜਾਉਣੀਆਂ ਨੇ, ਮੁਕਤੀ ਨਹੀਂ ਪੜਾਉਣੀ ਹੈ। ਸਰਬ ਸਿਖਾਵੋ। ਸਾਰਾ ਕਹਿੰਦੇ 3 ਪ੍ਰਕਾਰ ਦੀ ਨੀਤੀ ਸਿਖਾਓ ਇਸ ਨੂੰ। ਸੰਡੇ ਮਰ ਕੇ ਬੰਧਨ ਕਰਕੇ। ਤੇ ਸੰਡੇ ਮਰ ਕੇ ਨੇ ਇਸ ਪ੍ਰਕਾਰ ਉਸੇ ਤਰ੍ਹਾਂ ਹੀ ਉਸ ਨੂੰ ਬੰਨ ਲਿਆ ਹੈ। ਰਾਖਿਓ ਅੰਤਰ ਮੋਹ ਕੋ ਘਰ ਕੈ। ਤੇ ਪ੍ਰਹਲਾਦ ਕਹਿੰਦਾ ਵੀ ਮੈਨੂੰ ਬੰਨ ਕਰਕੇ ਇਸ ਤਰ੍ਹਾਂ ਫਿਰ ਅੰਦਰ ਘਰ ਦੇ ਵਿੱਚ ਹੀ ਰੱਖਿਆ, ਬਾਹਰ ਨਹੀਂ ਕੱਢਿਆ ਉਹਨਾਂ ਨੇ। ਆਏ ਆਪਨੋ ਪਾਠ ਪੜਾਵਤ। ਤੇ ਰੋਜ਼ ਆ ਕਰਕੇ ਉਹਨਾਂ ਨੇ ਆਪਣਾ ਪਾਠ ਪੜਾਉਣਾ। ਸੋ ਜੋ ਦੈਂਤਾਂ ਦੀ ਵਿਦਿਆ ਪੜਾਉਣੀ। ਤਿਨ ਕੋ ਕਹਿਓ ਨਾ ਮਨ ਮੈਂ ਭਾਵਤ। ਉਹਨਾਂ ਦਾ ਕਿਹਾ ਮਨ ਨੂੰ ਚੰਗਾ ਜੀ, ਮੇਰਾ ਮਨ ਹੀ ਨਹੀਂ ਸੀ ਮੰਨਦਾ। ਰਾਗ ਦਵੈਖ ਜਿਹ ਮਾਹੇ ਵਿਸਾਲਾ। ਹਰ ਵੇਲੇ ਉਹਨਾਂ ਦੀਆਂ ਗੱਲਾਂ ਦੇ ਵਿੱਚ, ਉਹਨਾਂ ਦੀ ਪੜ੍ਹਾਈ ਵਿੱਚ ਕਿਧਰੇ ਮੋਹ ਤੇ ਕਿਧਰੇ ਈਰਖਾ, ਰਾਗ ਦਵੈਖ, ਇਹੋ ਹੀ ਪੜ੍ਹਾਈ ਸੀ ਉਹਨਾਂ ਦੀ। ਕਿਉ ਮਨ ਰੁਚੈ ਜਗਤ ਜੰਜਾਲਾ। ਤੇ ਕਹਿੰਦੇ ਮੇਰਾ ਮਨ ਸੰਸਾਰ ਦੇ ਇਹਨਾਂ ਜੰਜਾਲਾਂ 'ਚ ਫਸਦਾ ਹੀ ਨਹੀਂ ਸੀ, ਪਰਮੇਸ਼ਵਰ ਦੀ ਭਗਤੀ ਕਰਕੇ ਨਿਰਮਲ ਮਨ ਹੋਇਆ ਸੀ। ਸ੍ਰੀ ਕਰਤਾਰ ਚਰਨ ਲਿਵ ਲਾਗੀ। ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਵਿੱਚ ਲਿਵ ਲੱਗ ਗਈ ਮੇਰੀ। ਪ੍ਰਹਲਾਦ ਕਹਿੰਦਾ ਅਹਨਸ ਵਿੱਚ ਵਿਵੇਕ ਅਨਰਾਗੀ। ਕਹਿੰਦੇ ਦਿਨੇ ਰਾਤ ਇਸ ਤਰੀਕੇ ਦੇ ਨਾਲ ਵਿਵੇਕ, ਪਰਮੇਸ਼ਵਰ ਦੇ ਗਿਆਨ ਦਾ ਅਨੁਰਾਗੀ ਪ੍ਰੇਮੀ ਬਣ ਗਿਆ। ਜਗਤ ਅਸਾਰ ਸਰਬ ਹੀ ਜਾਨਾ। ਤੋ ਜਿਸ ਵੇਲੇ ਐਸਾ ਵਿਵੇਕ ਗਿਆਨ ਮਿਲਿਆ, ਉਸ ਬ੍ਰਹਮ ਗਿਆਨ ਦੇ ਵਿੱਚ ਆ ਸਾਰਾ ਸੰਸਾਰ ਅਸਾਰ ਨਾਸਵੰਤ ਦਿਸ ਪੈਂਦਾ ਵੀ ਇਹ ਤਾਂ ਕੁਛ ਵੀ ਨਹੀਂ ਹੈ, ਸਾਰਾ ਕੁਝ ਵਿਨਾਸ਼ ਹੋ ਜਾਣ ਵਾਲਾ ਹੈ। ਸਿਮਰਨ ਨਾਮ ਸਾਰ ਇੱਕ ਮਨ। ਤੇ ਮਨ ਵਿੱਚ ਇੱਕੋ ਹੀ ਗੱਲ ਦ੍ਰਿੜ ਹੋ ਗਈ ਕਿ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਜਿਹੜਾ ਇਹੋ ਹੀ ਪੱਕਾ ਕਰਨਾ ਹੈ। ਵਾਹਿਗੁਰੂ ਸਦਾ ਕਾਇਮ ਬਿਲਜ਼ਾਤ ਹੈ। ਜਿਹੜਾ ਉਸ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹ ਜਿਹੜਾ ਇਸ ਪ੍ਰਕਾਰ, ਸੋ ਜਿਸ ਤਰ੍ਹਾਂ ਵਾਹਿਗੁਰੂ ਕਾਇਮ ਰਹਿੰਦਾ, ਇਸ ਤਰ੍ਹਾਂ ਪਰਮੇਸ਼ਵਰ ਦੇ ਭਗਤ ਵੀ ਜਿਹੜੇ ਨੇ ਥਿਰ ਪਾਰ ਬ੍ਰਹਮ ਪਰਮੇਸ਼ਵਰ ਤੋਂ ਸੇਵਕ ਥਿਰ ਹੋਸੀ, ਤੋ ਕਹਿੰਦੇ ਉਹ ਵੀ ਟਿਕ ਜਾਂਦਾ ਹੈ, ਆਪਣੇ ਅਬਨਾਸ਼ੀ ਬਣ ਜਾਂਦਾ ਹੈ। ਜਬ ਸੋ ਘਰ ਕੇ ਕਾਜ ਸੁਧਾਵੇਂ। ਤੋ ਜਿਸ ਪ੍ਰਕਾਰ, ਸੋ ਕਹਿੰਦੇ ਨੇ ਜਿਸ ਵੇਲੇ ਉਹ ਆਪਣੇ ਘਰਾਂ ਦੇ ਕੰਮਾਂ ਲਈ, ਕਹਿੰਦੇ ਮੈਨੂੰ ਤਾਂ ਬੰਨ੍ਹ ਕੇ ਅੰਦਰ ਰੱਖਿਆ ਸੀ, ਤੇ ਬਾਕੀ ਜਿਸ ਵੇਲੇ ਆਪਣੇ ਕੰਮਾਂ ਕਰਨ ਬਾਹਰ ਚਲੇ ਜਾਂਦੇ ਸਨ। ਤਬ ਦੈਂਤਨ ਕੇ ਬਾਲਕ ਆਵੇਂ। ਤੋ ਜਿਹੜੇ ਬੱਚੇ ਦੈਂਤਾਂ ਦੇ ਹੋਰ ਉੱਥੇ ਪੜ੍ਹਨ ਵਾਸਤੇ ਸਨ, ਕਹਿੰਦੇ ਉਹ ਮੇਰੇ ਕੋਲ ਆ ਜਾਇਆ ਕਰਦੇ। ਸ਼ੁਭ ਉਪਦੇਸ਼ ਦਿਓ ਮੈਂ ਤਾਹੂ। ਤੋ ਇਹ ਤਾਂ ਇਸ ਪ੍ਰਕਾਰ ਕਹਿੰਦੇ ਮੈਨੂੰ ਬੰਨ੍ਹ ਕੇ ਕਹਿੰਦੇ ਸਨ ਪੜ੍ਹਾਉਣੀ ਦੈਂਤਾਂ ਦੀ ਪੜ੍ਹਾਈ। ਤੇ ਕਹਿੰਦਾ ਉਹ ਦੈਂਤਾਂ ਦੇ ਜਿਹੜੇ ਬੱਚੇ ਸੀ ਨਾ, ਉਹਨਾਂ ਬੱਚਿਆਂ ਨੇ ਮੇਰੇ ਕੋਲ ਆ ਜਾਣਾ, ਤੇ ਕਹਿੰਦੇ ਮੈਂ ਉਹਨਾਂ ਨੂੰ ਪਰਮੇਸ਼ਵਰ ਦੀ ਭਗਤੀ ਪੜ੍ਹਾਉਣੀ। ਇਹ ਕਹਿੰਦੇ ਸੀ ਵੀ ਭਗਤੀ ਦੀ, ਇਹਦੇ ਭਗਤੀ ਮਾਰਗ ਤੋੜ ਕਰਕੇ ਹਠ ਜੋਗ ਇਸ ਨੂੰ ਰਾਜ ਹੱਠ ਸਿਖਾਈ ਹੈ। ਇਸ ਨੇ ਉਹਨਾਂ ਰਾਜਿਆਂ ਦੇ ਬੱਚਿਆਂ ਨੂੰ ਕਹਿੰਦੇ ਨੇ ਭਗਤੀ ਸਿਖਾਉਣੀ ਸ਼ੁਰੂ ਕਰਤੀ। ਸੁਨ ਕਰ ਸੋ ਧਾਰ ਹੈ ਔਰ ਮਾਹੂ। ਤੇ ਕਹਿੰਦੇ ਜੇ ਰੱਬ ਦੇ ਪਿਆਰ ਦੀਆਂ ਗੱਲਾਂ ਮੈਂ ਸੁਣਾਵਾਂ ਤੇ ਉਹ ਬੱਚਿਆਂ ਦੇ ਮਨ 'ਚ ਘਰ ਕਰ ਜਾਣ, ਬੱਚਿਆਂ ਦਾ ਮਨ ਨਿਰਮਲ ਹੁੰਦਾ, ਉਹ ਬੱਚੇ ਜਿਹੜੇ ਧਾਰਨ ਕਰ ਲੈਂਦੇ ਸਨ। ਦੂਜੇ ਸੁਨ ਕਰ ਪ੍ਰਸ਼ਨ ਬਹੋਰੀ। ਤੇ ਜਦੋਂ ਮੈਂ ਉਹਨਾਂ ਨੂੰ ਕਹਿੰਦੇ ਇਸ ਪ੍ਰਕਾਰ ਰੱਬ ਦੀਆਂ ਗੱਲਾਂ ਦੱਸਦਾ, ਕਹਿੰਦੇ ਫਿਰ ਮੈਨੂੰ ਪ੍ਰਸ਼ਨ ਕਰਦੇ, ਤੇ ਉਹਨਾਂ ਦਾ ਮੈਂ ਜਵਾਬ ਦਿੰਦਾ। ਜਾਗੇ ਤਿੰਨ ਔਰ ਭਗਤ ਨਾ ਥੋਰੀ। ਤਾਂ ਕਹਿੰਦੇ ਫਿਰ ਕਿਤੇ ਥੋੜੀ ਭਗਤੀ ਨਹੀਂ ਜਾਗਦੀ। ਜਦੋਂ ਉਹਨਾਂ ਨੇ ਕੋਈ ਸਵਾਲ ਕਰਨਾ, ਉਹਦੀ ਸੰਤੁਸ਼ਟੀ ਹੋ ਜਾਣੀ, ਬੱਚਿਆਂ ਦੇ ਮਨ ਦ੍ਰਿੜ ਹੋ ਗਏ ਰੱਬ ਦੇ ਨਾਮ ਜਪਣ ਵਿੱਚ। ਦੋਹਰਾ ਸ੍ਰੀ ਗੁਰ ਪਗ ਕੇਤਕ ਪੁਸ਼ਪ। ਸੋ ਇਸ ਪ੍ਰਕਾਰ, ਸੋ ਕਵੀ ਜੀ ਸੋ ਇੱਥੇ ਪ੍ਰਸੰਗ ਨੂੰ ਸੋ ਵਿਸਰਾਮ ਦੇ ਕੇ ਅਗਲਾ ਪ੍ਰਸੰਗ ਸ਼ੁਰੂ ਕਰਦੇ ਨੇ ਇਸੇ ਹੀ ਕਥਾ ਦਾ। ਤੋ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਦੇ ਪਵਿੱਤਰ ਚਰਨ ਜਿਹੜੇ ਕੇਤਕੀ ਦੇ ਫੁੱਲਾਂ ਦੀ ਨਿਆਈ ਹਨ। ਪ੍ਰੇਮ ਕੰਟ ਜਿਹ ਸੰਗ। ਤੇ ਜਿਹਨਾਂ ਪੱਤਿਆਂ ਦੇ ਨਾਲ ਕੰਡੇ ਹੁੰਦੇ ਆ, ਇਹ ਦੱਸਦੇ ਨੇ ਵੀ ਇੱਕ ਕੇਤਕੀ ਦਾ ਫੁੱਲ ਹੁੰਦਾ ਹੈ, ਤੋ ਮੁੰਜਰ ਦੇ ਵਾਂਗ ਫੁੱਲ ਲੱਗਦੇ ਨੇ, ਇਸ ਨੂੰ ਪੀਲੇ ਪੀਲੇ ਬਹੁਤ ਖੁਸ਼ਬੂਦਾਰ ਹੁੰਦੇ ਨੇ। ਕਹਿੰਦੇ ਭੌਰਾ ਇਹਦੇ ਕੋਲ ਨਹੀਂ ਜਾਂਦਾ, ਕਿਉਂਕਿ ਉਹਨਾਂ ਫੁੱਲਾਂ ਦੇ ਉੱਤੇ ਨਾ ਕੰਡੇ ਹੁੰਦੇ ਨੇ, ਜੇ ਭੌਰਾ ਜਾਂਦਾ ਤੇ ਕੰਡੇ ਲੱਗਦੇ ਨੇ। ਪਰ ਕਹਿੰਦੇ ਨੇ ਮੈਂ
ਸਾਹਿਬ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨ ਜਿਹੜੇ ਨੇ ਇਸ ਕੇਤਕੀ ਦੇ ਸੋ ਇਸ ਪ੍ਰਕਾਰ ਜਿਹੜੇ ਨੇ ਫੁੱਲਾਂ ਦੀ ਨਿਆਈ ਹਨ, ਖੁਸ਼ਬੂਦਾਰ, ਤੇ ਬੇਸ਼ੱਕ ਉਹਦੇ ਪੱਤਿਆਂ ਤੇ ਕੰਡੇ ਨੇ, ਪਰ ਮੈਂ ਆਪਣੇ ਮਨ ਰੂਪ ਭੌਰੇ ਨੂੰ ਕਹਿੰਦੇ ਉਹਨਾਂ ਕੰਡਿਆਂ ਵਿੱਚ ਲਾ ਕੇ ਮਨ ਮਲਿੰਦ ਕੋ ਵੇਦ ਕਰ, ਮਨ ਰੂਪ ਭੌਰੇ ਨੂੰ ਉਹ ਉਹਨਾਂ ਪ੍ਰੇਮ ਰੂਪ ਕੰਡਿਆਂ ਵਿੱਚ ਬਿੰਨ ਕਰਕੇ ਕਹੂੰ ਕਥਾ ਸੋ ਉਮੰਗ। ਬੜੇ ਉਤਸ਼ਾਹ ਦੇ ਸਹਿਤ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਥਾ ਉਚਾਰਨ ਕਰਦਾ ਹਾਂ। ਤੋ ਇਸ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਬੜਾ ਸੁੰਦਰ ਇਹ ਅਲੰਕਾਰ ਬਣਾਇਆ ਹੈ ਕਿ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਐਸੇ ਨੇ ਸੁੰਦਰ, ਖੁਸ਼ਬੂਦਾਰ ਨੇ, ਤੇ ਮੇਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਪ੍ਰੇਮ ਹੈ। ਪਰ ਮਨ ਰੂਪ ਭੌਰਾ ਮੈਂ ਪ੍ਰੇਮ ਰੂਪ ਕੰਡੇ ਨਾਲ ਵਿੰਨ ਕਰਕੇ ਚਾਹ ਉਤਸ਼ਾਹ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਕਥਾ ਤੁਹਾਨੂੰ ਸੁਣਾਉਂਦਾ ਹਾਂ। ਤੋ ਇਸ ਤਰੀਕੇ ਦੇ ਨਾਲ ਜ਼ਿਕਰ ਕੀਤਾ ਹੈ। ਸ੍ਰੀ ਬਾਲਾ ਸੰਦਰ ਵਾਚ, ਬਾਲਾ ਜੀ ਸੰਧੂ ਗੋਤ ਵਾਲੇ ਵਾਚ ਕਥਨ ਕਰਦੇ ਹਨ। ਚਉਪਈ ਸੁਨ ਸ੍ਰੀ ਅੰਗਦ ਕਥਾ ਪੁਨੀਤਾ, ਕਹਿੰਦੇ ਨੇ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਬੜੀ ਪਵਿੱਤਰ ਕਥਾ ਸਰਵਣ ਕਰੋ। ਕਹਿਤ ਪ੍ਰਹਿਲਾਦ ਭਇਓ ਜਸ ਰੀਤਾ, ਜਿਸ ਤਰੀਕੇ ਨਾਲ ਭਗਤ ਪ੍ਰਹਲਾਦ ਜੀ ਨੇ ਕਥਾ ਆਪਣੀ ਸੁਣਾਈ ਹੈ। ਦੈਂਤ ਪੁੱਤਰ ਜਬ ਧਿਗ ਹੋਵੇ ਬੈਸੇ, ਧਿਗ ਕੋਲ ਹੋ ਕੇ ਜਦੋਂ ਬਹਿੰਦੇ ਸਨ ਨਾ ਇਹ ਸਾਰੇ ਦੈਂਤਾਂ ਦੇ ਬੱਚੇ ਜਿਹੜੇ ਸਨ, 300 ਬਚਨ ਸੁਭਗ ਉਪਦੇਸੇ। ਸੋਹਣੇ ਮੈਂ ਕਹਿੰਦੇ ਨੇ ਪਰਮੇਸ਼ਵਰ ਦੀ ਜਦੋਂ ਮਨ 'ਚ ਬ੍ਰਹਮ ਗਿਆਨ ਹੋਵੇ ਉਸ ਵੇਲੇ ਤੇ ਭਾਵੇਂ ਭਾਈ ਕਿੰਦਾ ਵੀ ਕਿਸੇ ਨੂੰ ਪ੍ਰੇਰਨਾ ਕੀਤੀ ਜਾਵੇ ਝੱਟ ਅਸਰ ਹੁੰਦਾ ਹੈ। ਕਹਿੰਦੇ ਜਦੋਂ ਉਹਨਾਂ ਦੈਂਤਾਂ ਦੇ ਬੱਚਿਆਂ ਨੂੰ ਮੈਂ ਭਗਤੀ ਦੇ ਇਸ ਪ੍ਰਕਾਰ ਬਚਨ ਸੁਣਾਏ, ਉਹਨਾਂ ਬੱਚਿਆਂ ਦੇ ਮਨ 'ਚ ਦ੍ਰਿੜ ਹੋ ਗਏ। ਦਨਜ ਸੁਤ ਹੋ ਸੁਨ ਹੈ ਦੈ ਕਾਨਾ, ਇਸ ਪ੍ਰਕਾਰ ਜਦੋਂ ਉਹ ਬੱਚੇ ਸੁਣਦੇ ਬੜੇ ਕੰਨ ਦੇ ਕਰ ਧਿਆਨ ਨਾਲ ਸੁਣਦੇ ਉਪਦੇਸ਼ ਨੂੰ, ਕਰਹੁ ਪ੍ਰਾਨ ਨਿਜ ਕੋ ਕਲਿਆਣਾ, ਤੇ ਪ੍ਰੇਰਨਾ ਕੀਤੀ ਆਪਣੇ ਪ੍ਰਾਣਾਂ ਦਾ ਕਲਿਆਣ ਕਰੋ, ਪਰਮੇਸ਼ਰ ਦੀ ਭਗਤੀ ਕਰੋ। ਇਹ ਤਨ ਦੁਰਲਭ ਜਨ ਭਾਈ, ਭਾਈ ਦੇਖੋ ਇਹ ਸਰੀਰ ਮਨੁੱਖਾ ਜਨਮ ਰੱਬ ਨੇ ਦਿੱਤਾ ਹੈ, ਬੜਾ ਦੁਰਲਭ ਹੈ, ਇਹਨੂੰ ਐਵੇਂ ਨਾ ਗਵਾਵੋ। ਪੁਨ ਸਥਿਰ ਨਹਿ ਜਗਤ ਰਹਾਈ, ਫਿਰ ਦੇਖੋ ਇਹ ਸਾਰਾ ਹੀ ਸੰਸਾਰ ਟਿਕਣ ਵਾਲਾ ਨਹੀਂ ਹੈ। ਸੋ ਇਸ ਪ੍ਰਕਾਰ ਇੱਕ ਜਾਵੇ ਇੱਕ ਆਵੇ, ਇੱਕ ਜਾਵੇ, ਆਈ ਇੱਕ ਆਉਂਦੇ ਨੇ, ਇੱਕ ਤੁਰੇ ਜਾਂਦੇ ਹਨ, ਟਿਕਣ ਵਾਲਾ ਸੰਸਾਰ ਨਹੀਂ ਇਹ। ਸੇਵਹੁ ਸ੍ਰੀਪਤ ਚਰਨ ਸਰੋਜਾ, ਇਸ ਵਾਸਤੇ ਕਮਲਾ ਵਰਗੇ ਸੁੰਦਰ ਲక్ష్ਮੀ ਦੇ ਪਤੀ ਮਹਾਨ ਵਿਸ਼ਨੂੰ ਮਹਾਰਾਜ ਦੀ ਭਗਤੀ ਕਰੋ। ਤਜਹੁ ਹਿਰਦੇ ਤੇ ਮਾਨ ਮਨੋਜਾ, ਜੋ ਮਨ ਮਰਜ਼ੀਆਂ ਨੇ ਕਹਿੰਦੇ ਇਹ ਮਨ ਦਾ ਹੰਕਾਰ ਆਦਿਕ ਸਭ ਤਿਆਗ ਦਿਓ। ਨਿਸ ਦਿਨ ਸਿਮਰਹੁ ਨਾਮ ਮਹਾਨਾ, ਦਿਨੇ ਰਾਤ ਵਾਹਿਗੁਰੂ ਪਰਮੇਸ਼ਵਰ ਦੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰੋ। ਸਭ ਸੁਖ ਧਾਮ ਕਰਤ ਕਲਿਆਣਾ, ਸਾਰੇ ਸੁੱਖਾਂ ਦਾ ਘਰ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਆ, ਇਹ ਕਲਿਆਣ ਕਰਨ ਮੁਕਤੀ ਦੇ ਦਿੰਦਾ ਹੈ। ਬਾਣੀ ਵਿੱਚ ਵੀ ਜ਼ਿਕਰ ਆਇਆ ਹੈ ਕਿ ਜਿਹੜੇ ਦੈਂਤਾਂ ਦੇ ਬੱਚੇ ਕੋਲ ਆ ਜਾਂਦੇ, ਕਹਿੰਦੇ ਰਾਮ ਕਹਿ ਕਰਤਾਲ ਬਜਾਵੇ ਚਟੀਆਂ ਸਮੇਂ ਬਿਗਾਰੇ। ਕਹਿੰਦੇ ਨੇ ਰਾਮ ਨਾਮਾ ਜਪਬੋ ਕਰੈ ਹਿਰਦੇ ਹਰ ਜੀ ਕੋ ਸਿਮਰਨਤਾ ਹੈ। ਰਾਮ ਰਾਮ ਜਪੀ ਜਾਂਦਾ ਹੈ, ਹਿਰਦੇ ਪਰਮੇਸ਼ਵਰ ਦਾ ਸਿਮਰਨ ਧਾਰਨ ਕਰਦਾ ਹੈ। ਬੱਚੇ ਆਉਂਦੇ ਨਾਲੇ ਹੱਥਾਂ ਨਾਲ ਤਾੜੀਆਂ ਵਜਾਉਂਦਾ, ਨਾਲੇ ਸਾਰਿਆਂ ਨੂੰ ਰਾਮ ਰਾਮ ਜਪਾਉਂਦਾ ਹੈ। ਸੰਡੇ ਮਰ ਕੇ ਕੀ ਪੁਕਾਰ ਸਭੇ ਦੈਂਤ ਰਹੇ ਝੱਖ ਮਾਰ। ਕਹਿੰਦੇ ਸੰਡੇ ਮਰ ਕੇ ਉਸਤਾਦਾਂ ਨੇ ਜਾ ਕਰਕੇ ਸੋ ਪੁਕਾਰ ਕੀਤੀ ਹੈ ਹਰਨਾਕਸ਼ ਦੇ ਕੋਲ, ਤੇ ਕਹਿੰਦੇ ਸਾਰੇ ਦੈਂਤਾਂ ਬਥੇਰੀਆਂ ਝੱਖਾਂ ਮਾਰੀਆਂ ਪ੍ਰਹਲਾਦ ਦੇ ਖਿਲਾਫ ਹੋ ਕੇ। ਤਜਹੁ ਭੋਗ ਹਿਤ ਕਰਨ ਉਪਾਈ, ਤੋ ਕਹਿੰਦੇ ਜੇ ਸੰਸਾਰ ਦੇ ਪਦਾਰਥਾਂ ਵਾਸਤੇ ਯਤਨ ਕਰੀ, ਮਾਇਆ ਦੇ ਯਤਨ ਕਰੀ, ਕਹਿੰਦੇ ਤਿਆਗ ਕਰੋ, ਛੱਡੋ ਇਹਨਾਂ ਦਾ ਜੋ ਪਰਾਰਬਧ ਮਿਲਣੀ ਹੈ। ਇਹ ਸਭ ਜੋਨ ਵਿਖੇ ਕਰ ਆਈ, ਇਹ ਤਾਂ ਸਾਰੀਆਂ ਜੂਨਾਂ ਵਿੱਚ ਹੀ ਮਿਲਦੇ ਹਨ ਪਦਾਰਥ। ਸ਼ੂਕਰ ਸਵਾਨ ਆਦ ਪਸ ਜੇਉ, ਜਿੰਨੇ ਪਸ਼ੂ ਨੇ ਸ਼ੂਕਰ ਤੇ ਸਵਾਨ ਕੁੱਤੇ ਤੇ ਸੂਰ ਆਦਿਕ, ਕਰਮਾ ਧੀਨ ਪਾਏ ਸਭ ਤੇਉ, ਕਰਮਾਂ ਦੇ ਅਧੀਨ ਹੋ ਕਰਕੇ ਜਿਹੋ ਜਿਹੇ ਕਿਸੇ ਨੂੰ ਭੋਗ ਪਦਾਰਥ ਮਿਲਣੇ ਨੇ ਉਹੋ ਜਿਹੇ ਹਰ ਜੂਨ ਵਿੱਚ ਮਿਲੀ ਜਾਂਦੇ ਆ। ਇੰਦਰੀ ਸੁਖ ਪਾਇਤ ਸਭ ਠੋਰਾ, ਇੰਦਰੀਆਂ ਦੇ ਸੁੱਖ ਜਿਹੜੇ ਨੇ ਉਹ ਤਾਂ ਸਾਰੀਆਂ ਜੂਨਾਂ ਵਿੱਚ ਹੁੰਦੇ ਹਨ। ਬਿਨ ਪਰਿਆਸ ਖਗ ਆਦ ਜੇ ਔਰਾ, ਜਿਹੜੇ ਪੰਛੀ ਆਦਿਕ ਵੀ ਨੇ ਸਾਰੇ ਕਹਿੰਦੇ ਯਤਨ ਵੀ ਨਹੀਂ ਕਰਨਾ ਪੈਂਦਾ, ਸਾਰੇ ਇੰਦਰੀਆਂ ਦੇ ਸੁੱਖ ਹਰ ਜੂਨ ਵਿੱਚ ਮਿਲਦੇ ਹਨ। ਬਿਨ ਸ਼ੰਕਾ ਤੇ ਬਾਸੁਰ ਰਾਤੀ, ਇਸ ਪ੍ਰਕਾਰ ਬਿਨਾਂ ਕਿਸੇ ਸ਼ੰਕਾ ਤੋਂ ਦਿਨੇ ਰਾਤ ਤੁਸੀਂ ਕਾਮ ਚੇਸ਼ਟਾ ਕਰਤ ਸੁਹਾਤੀ, ਤੋ ਇਸ ਪ੍ਰਕਾਰ ਕਹਿੰਦੇ ਨੇ ਇਸ ਪ੍ਰਕਾਰ ਮਨ ਦੀ ਵਾਸ਼ਨਾ ਪੂਰੀ ਕਰਦੇ ਹਰ ਜੂਨ ਦੇ ਵਿੱਚ। ਇਹ ਤਨ ਭਜਨ ਹੇਤ ਹੈ ਦੀਨੋ, ਦੇਖੋ ਰੱਬ ਨੇ ਇਹ ਸਰੀਰ ਦਿੱਤਾ ਭਜਨ ਕਰਨ ਵਾਸਤੇ। ਸੋ ਗੋਬਿੰਦ ਮਿਲਣ ਕੀ ਤੇਰੀ ਬਰੀਆ ਰੱਬ ਨੇ ਵਾਰੀ ਦਿੱਤੀ ਆ। ਤਿਉ ਹੀ ਯਤਨ ਬਿਨਾ ਸੁਖ ਬਾਦ ਨਾ ਖੋਵਹੁ ਸੁਨਹੁ ਪਰਬੀਨੋ, ਤੋ ਤੁਸੀਂ ਸਿਆਣੇ ਹੋ ਕਹਿੰਦੇ ਵਿਅਰਥ ਨਾ ਗਵਾਓ, ਕੋਈ ਪਤਾ ਨਹੀਂ। ਸੋ ਇਹ ਬਾਲ ਅਵਸਥਾ ਹੈ ਤਾਂ ਕੀ ਪਤਾ ਕਦੋਂ ਕਾਲ ਨੇ ਮਾਰ ਦੇਣਾ।
ਇਸ ਵਾਸਤੇ ਭਾਈ ਭਜਨ ਕਰੋ ਇਸੇ ਉਮਰ ਦੇ ਵਿੱਚ ਤੇ ਆਪਣਾ ਜੀਵਨ ਸਫਲਾ ਕਰੋ। ਜਿਉ ਬਿਨ ਮੰਗੇ ਤੇ ਦੁਖ ਆਵੇ। ਦੇਖੋ ਜਿਸ ਤਰ੍ਹਾਂ ਕੋਈ ਦੁੱਖ ਤਾਂ ਮੰਗਦਾ ਹੀ ਨਹੀਂ, ਬਿਨ ਮੰਗਿਆ ਹੀ ਦੁੱਖ ਆ ਜਾਂਦਾ ਜਿੱਦਾਂ। ਤਿਉ ਹੀ ਯਤਨ ਬਿਨਾ ਸੁਖ ਪਾਵੇ। ਤੇ ਜੇ ਸਿਮਰਨ ਕਰੋਗੇ ਤੇ ਤੁਸੀਂ ਨਿਰਯਤਨ ਹੀ ਸੁੱਖਾਂ ਦੀ ਪ੍ਰਾਪਤੀ ਕਰੋਗੇ। ਪਰਮੇਸ਼ਵਰ ਦੇ ਨਾਮ ਦਾ ਭਜਨ ਕਰੋ। ਇਸ ਤਰ੍ਹਾਂ ਪ੍ਰਹਲਾਦ ਕਹਿੰਦਾ ਹੈ ਕਿ ਮੈਨੂੰ ਤਾਂ ਬੰਨ੍ਹ ਕੇ ਭਗਤੀ ਤੋਂ ਤੋੜ ਕੇ ਤੇ ਦੈਂਤਾਂ ਦੀ ਪੜ੍ਹਾਈ 'ਚ ਜੋੜਦੇ ਸਨ, ਪਰ ਰੱਬ ਦੀ ਕਰਨੀ ਇਹ ਸੀ ਉਹਨਾਂ ਨੇ ਉਸਤਾਦਾਂ ਨੇ ਘਰ ਦੇ ਕੰਮਾਂ 'ਚ ਬਾਹਰ ਚੱਲ ਜਾਣਾ ਸਾਨੂੰ ਪੜ੍ਹਾ ਕੇ, ਤੇ ਬੱਚਿਆਂ ਨੂੰ ਕੋਲ ਬਿਠਾ ਕੇ ਕਹਿੰਦਾ ਮੈਂ ਇਹ ਪੜ੍ਹਾਈ ਪੜ੍ਹਾਉਣੀ ਸ਼ੁਰੂ ਕਰਤੀ ਰੱਬ ਦੀ ਭਗਤੀ ਦੀ, ਵੀ ਜਨਮ ਸਫਲਾ ਕਰੋ, ਸਿਮਰਨ ਕਰੋ। ਤੇ ਇਸ ਤਰੀਕੇ ਦੇ ਨਾਲ ਪ੍ਰਹਲਾਦ ਜੀ ਆਪਣੀ ਕਥਾ ਜਿਹੜੀ ਹੈ ਇਸ ਪ੍ਰਕਾਰ ਵਿਖਿਆਨ ਕਰ ਰਹੇ ਨੇ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਹਲਾਦ ਦੀ ਪੁਰੀ ਜੋ ਸੱਚਖੰਡ ਦੇ ਨੇੜੇ ਹੈ ਤਾਂ ਉੱਥੇ ਪੁੱਜੇ ਹੋਏ ਨੇ, ਬਾਲਾ ਮਰਦਾਨਾ ਨਾਲ ਨੇ। ਤੇ ਇਸ ਪ੍ਰਕਾਰ ਸੋ ਪ੍ਰਹਲਾਦ ਜੀ ਪ੍ਰਹਲਾਦ ਭਗਤ ਦੀ ਕਥਾ ਜਿਹੜੀ ਹੈ ਉਹ ਇਸ ਪ੍ਰਕਾਰ ਸੋ ਕਵੀ ਜੀ ਨੇ ਛੰਦਾਬੰਦੀ ਦੁਆਰਾ ਇਉਂ ਜ਼ਿਕਰ ਕੀਤਾ। ਸਤਿਗੁਰੂ ਜੀ ਬਖਸ਼ਿਸ਼ ਕਰਨ ਕਿ ਸਾਨੂੰ ਵੀ ਐਸੀ ਲਗਨ ਬਖਸ਼ਣ ਕਿ ਪਰਮੇਸ਼ਵਰ ਦੀ ਭਗਤੀ ਨਾਮ ਦੇ ਸਿਮਰਨ ਨੂੰ ਜੁੜ ਕਰਕੇ ਅਸੀਂ ਵੀ ਆਪਣਾ ਜੀਵਨ ਸਫਲਾ ਕਰ ਸਕੀਏ, ਜਿਹਦੇ ਸਦਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣਾ ਸੀਸੜੀਆਂ, ਯਹੋਵਾ ਸਾਹਿਬ ਸੇ ਉਮੀਦ ਦੀ ਦਾਤ ਪ੍ਰਾਪਤ ਹੋਵੇ। ਇਹ ਤਨ ਭਜਨ ਹੇਤ ਹੈ ਦੀਨੋ, ਬਾਦ ਨ ਖੋਬੋ ਸੁਨੋ ਪ੍ਰਬੀਨੋ। ਜਿਉ ਬਿਨ ਮੰਗੇ ਤੇ ਦੁਖ ਆਵੇ, ਤਿਉ ਹੀ ਯਤਨ ਬਿਨਾ ਸੁਖ ਪਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।